ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖਦੇ ਪਏ ਹੋ ਲਿਵਿੰਗ ਇੰਡੀਆ ਨਿਊਜ਼ ਤੇ ਮੈਂ ਮਨਦੀਪ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ। ਉਮੀਦ ਕਰਦੀ ਹਾਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਸੋ ਖਾਸ ਪ੍ਰੋਗਰਾਮ ਤੇ ਖਾਸ ਮਹਿਮਾਨਾਂ ਨੂੰ ਹਰ ਰੋਜ਼ ਮੰਚ ਦੇ ਉੱਪਰ ਸੱਦਾ ਦਿੰਦੇ ਆ ਤੇ ਖਾਸ ਤੁਹਾਡੇ ਜਿਹੜੇ ਸਵਾਲ ਹੁੰਦੇ ਨੇ ਉਹਨਾਂ ਦਾ ਰਲ ਮਿਲ ਕੇ ਜਵਾਬ ਲੱਭਣ ਦੀ ਕੋਸ਼ਿਸ਼ ਕਰਦੇ ਆ। ਸੋ ਖਾਸ ਚਰਚਾ ਤੇ ਖਾਸ ਮਹਿਮਾਨ ਇੱਕ ਵਾਰ ਫਿਰ ਤੋਂ ਸਕਰੀਨ ਤੇ ਤੁਹਾਨੂੰ ਨਜ਼ਰ ਆ ਰਹੇ ਹੋਣਗੇ। ਗੋ ਗਲੋਬਲ ਤੋਂ ਨਵਨੀਤ ਜੀ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਮਨਦੀਪ, ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਦਾ ਤੇ ਹਰ ਵਾਰੀ ਦੇ ਵਾਂਗੂ ਤਹਿ ਦਿਲ ਤੋਂ ਧੰਨਵਾਦ ਤਕਨੀਕੀ ਟੀਮ ਦਾ ਜਿੰਨਾ ਸਦਕੇ ਤੁਹਾਡੇ ਰੂਬਰੂ ਹੋਣ ਦਾ ਇਹ ਮੌਕਾ ਮਿਲਦਾ। ਸੋ ਕੋਸ਼ਿਸ਼ ਕਰਾਂਗਾ ਤੁਹਾਡੇ ਭੇਜੇ ਹੋਏ ਸਵਾਲਾਂ ਦੇ ਆਧਾਰ ਤੇ ਅੱਜ ਦੇ ਪ੍ਰੋਗਰਾਮ ਨੂੰ ਸੰਚਾਲਿਤ ਕਰ ਸਕੀਏ। ਔਰ ਕਿਉਂਕਿ ਤੁਹਾਡਾ ਭੇਜਿਆ ਇੱਕ ਸਵਾਲ ਨਵੇਕਲਾ ਨਹੀਂ ਹੈ, ਤਾਂ ਜਿਹੜੇ ਹਾਲਾਤ ਚੋਂ ਤੁਸੀਂ ਗੁਜ਼ਰ ਰਹੇ ਹੋ, ਬੀਤ ਰਹੇ ਹੋ, ਜਾਂ ਜਿਹੜੇ ਤੁਹਾਡੇ ਮਨ 'ਚ ਸਵਾਲ ਹੈ ਉਹ ਕਈਆਂ ਨੂੰ ਜਵਾਬ ਦੇ ਸਕਦੇ ਆ। ਪਰ ਇੱਕੋ ਰਿਕੁਐਸਟ ਕਰੂੰਗਾ, ਜਦੋਂ ਕਾਲ ਕਰਦੇ ਹੋ ਮਾੜਾ ਜਿਹਾ ਵੇਟ ਕਰ ਲਿਆ ਕਰੋ, ਪਲੱਸ ਥੋੜਾ ਜਿਹਾ ਟੀਵੀ ਤੋਂ ਦੂਰ ਹੋ ਕੇ ਗੱਲ ਕਰਿਆ ਕਰੋ, ਕਿਉਂਕਿ ਕਾਲ ਟਰਾਂਸਫਰ ਹੁੰਦੇ ਜਿੰਨਾ ਲੰਬਾ ਸਮੇਂ ਲੱਗਦਾ ਉਸ 'ਚ ਤੁਹਾਡੀ ਜਿਹੜੀ ਹੈਗੀ ਹੈ ਕਾਲ ਵੀ ਵਿਅਰਥ ਜਾਂਦੀ ਹੈ ਤੇ ਸਾਡਾ ਸਮੇਂ ਵੀ ਵਿਅਰਥ ਜਾਂਦਾ। ਔਰ ਕਈ ਵਿਦਿਆਰਥੀ ਜਿਨ੍ਹਾਂ ਨੂੰ ਤੁਹਾਡੇ ਸਵਾਲ ਤੋਂ ਜਵਾਬ ਮਿਲ ਸਕਦਾ ਸੀ ਉਸ ਸਵਾਲ ਤੋਂ ਵਾਂਝੇ ਰਹਿ ਜਾਂਦੇ। ਸੋ ਜਿੱਦਾਂ ਬਾਕੀ ਮਨਦੀਪ ਸ਼ੋਅ ਦਾ ਸੰਚਾਲਨ ਕਰੂਗੀ ਜੀ, ਹਾਜ਼ਰ ਹਾਂ ਤੁਹਾਡੇ ਸਵਾਲਾਂ ਦੇ। ਸੋ ਤੁਹਾਡੇ ਮਨ ਦੇ ਵਿੱਚ ਕੋਈ ਵੀ ਸਵਾਲ ਹੈ ਤਾਂ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ, ਆਪਣਾ ਸਵਾਲ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਨੰਬਰ ਸਕਰੀਨ ਦੇ ਉੱਤੇ ਲਗਾਤਾਰ ਡਿਸਪਲੇ ਹੋ ਰਿਹਾ 9557 95571। ਸਟੱਡੀ ਵੀਜ਼ਾ ਤੋਂ ਜੁੜਿਆ ਕੋਈ ਵੀ ਤੁਹਾਡਾ ਸਵਾਲ ਹੈ ਕੈਨੇਡਾ, ਆਸਟ੍ਰੇਲੀਆ ਔਰ यूके जान ਨੂੰ ਲੈ ਕੇ ਤਾਂ ਤੁਸੀਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਸਟੱਡੀ ਵੀਜ਼ਾ ਖਾਸ ਅੰਡਰਲਾਈਨ ਕਰਨ ਵਾਲੀ ਜਿਹੜੀ ਮੇਨ ਗੱਲ ਹੈ ਕਿ ਅਸੀਂ ਸਿਰਫ ਤੇ ਸਿਰਫ ਸਟੱਡੀ ਵੀਜ਼ਾ ਦੇ ਸਵਾਲਾਂ ਦਾ ਹੀ ਜਵਾਬ ਦੇਵਾਂਗੇ। ਸੋ ਕੈਨੇਡਾ ਦੀ ਗੱਲਬਾਤ ਕਰਦੇ ਹਾਂ, ਕਿਊਬੈਕ ਦੀ ਗੱਲਬਾਤ ਕਰਦੇ ਹਾਂ। ਕਿਊਬੈਕ ਤੋਂ ਕੀ ਵੀਜ਼ੇ ਆਉਣੇ ਬੰਦ ਹੋ? ਦੇਖੋ ਜੀ, ਕਿਊਬੈਕ ਦੇ ਦੋ ਧਿਰ ਬਣ ਗਏ, ਇੱਕ ਐਂਟੀ ਕਿਊਬੈਕ, ਇੱਕ ਪ੍ਰੋ ਕਿਊਬੈਕ। ਸੋ ਕਿਊਬੈਕ ਬੰਦ ਨਹੀਂ ਹੋਇਆ। ਕਿਊਬੈਕ 'ਚ ਬੜੇ ਸੋਹਣੇ ਕਾਲਜਸ ਹੈ, ਅੱਜ ਵੀ ਕਿਊਬੈਕ ਵੀਜ਼ਾਸ ਗ੍ਰਾਂਟ ਕਰ ਰਿਹਾ। ਇਹੋ ਜਿਹਾ ਕੋਈ ਰੌਲਾ ਨਹੀਂ ਕਿ ਕਿਊਬੈਕ 'ਚ ਵੀਜ਼ਾਸ ਨਹੀਂ ਆਉਣੇ। ਯੈਸ, डिले है, पासपोर्ट रिक्वेस्ट डिले हुई हैं। ਉਹਦੇ ਦੋ ਕਾਰਨ ਹੋ ਸਕਦੇ ਆ ਕਿ ਜਦੋਂ ਕਿਊਬੈਕ ਦੀ ਐਪਲੀਕੇਸ਼ਨ ਬਹੁਤ ਹਾਈ ਵੋਲਿਊਮ ਤੇ ਸੀ, ਇੱਕ ਵਾਰੀ 8-10 ਕਾਲਜਸ ਤੋਂ ਫਰੀਜ਼ ਲਾਤਾ ਗਿਆ, ਸੋ ਪ੍ਰੋਸੈਸਿੰਗ ਰੋਕਤੀ ਗਈ ਹੋਏਗੀ। ਰਾਈਟ, ਸੀਪੀਸੀ ਨੂੰ ਉਦੋਂ ਕਹਿਤਾ ਗਿਆ ਹੋਏਗਾ ਕਿ ਇਹਨੂੰ ਪ੍ਰੋਸੈਸ ਨਾ ਕਰੋ। ਇਹ ਮੇਰੀ ਧਾਰਨਾ, ਮੇਰੀ ਸੋਚ ਹੈ। ਟਰੂਡੋ ਸਾਹਿਬ ਨੇ ਮੇਰੇ ਤੋਂ ਪੁੱਛਿਆ ਨਹੀਂ, ਰਾਈਟ। ਸੋ ਉਹਦੇ ਕਰਕੇ ਬੈਕਲੌਗ ਹੋਣ ਕਰਕੇ ਕਈ ਵਾਰੀ ਲੱਗਦਾ ਕਿ ਪ੍ਰੋਸੈਸਿੰਗ ਚੋਂ ਨਿਕਲ ਗਿਆ ਹੋਏਗਾ। ਦੂਜੇ ਪਾਸੇ ਇੱਕ ਦੌੜ ਸੀ ਸਾਰੀ ਕੰਟਰੀਜ਼ ਦੀ, ਰਾਈਟ, ਕਿ ਮੇਰੇ ਬਾਰਡਰ ਖੁੱਲ ਗਏ, ਮੇਰੇ ਬਾਰਡਰ ਖੁੱਲ ਗਏ, ਮੇਰੇ ਬਾਰਡਰ ਖੁੱਲ ਗਏ। ਪ੍ਰੋਸੈਸਿੰਗ ਸਲੋ ਹੈ ਕਿਉਂਕਿ ਇੱਕ ਕੈਪੈਸਿਟੀ ਹੈ ਬੰਦਿਆਂ ਨੂੰ ਕੰਟਰੀ ਦੇ ਅੰਦਰ ਲਿਜਾਉਣ ਦੀ, ਚਾਹੇ ਉਹ ਕੈਨੇਡਾ ਹੈ, ਚਾਹੇ ਉਹ ਯੂਕੇ ਹੈ। ਹਾਂ, ਨਿਊਜ਼ੀਲੈਂਡ ਨੇ ਬੰਦੇ ਕਰਤਾ ਵੀ ਸਾਨੂੰ ਨਹੀਂ ਚਾਹੀਦੇ। ਆਸਟ੍ਰੇਲੀਆ ਨੇ कहता ਸੀ हाले बॉर्डर्स नहीं खोलने। खबर आई है कि सिंगापुर ਦੇ ਵਿੱਚ ਸ਼ਾਇਦ ਇੱਕ ਬਬਲ ਹੱਬ ਬਣਾਉਣਗੇ ਜਿੱਥੇ ਕੁਆਰੰਟੀਨ ਕਰਕੇ ਬੰਦਿਆਂ ਨੂੰ ਲਿਜਾਉਣਗੇ। ਸੋ ਕਈ ਚੀਜ਼ਾਂ ਦੇ ਉੱਪਰ ਗੱਲਬਾਤ ਚੱਲ ਰਹੀ ਹੈ। ਬਾਕੀ ਕਿਊਬੈਕ ਅੱਜ ਵੀ 5.5 ਤੇ ਵੀਜ਼ਾ ਆ ਰਿਹਾ। ਕਿਊਬੈਕ ਦੇ ਵਿੱਚ ਅੱਜ ਵੀ ਪਾਸਪੋਰਟ ਰਿਕੁਐਸਟ ਆ ਰਹੀਆਂ ਪਰ ਬਹੁਤ ਸਲੋ ਆ ਰਹੀਆਂ। ਇਹ ਸੱਚ ਹੈ, ਮੇ ਬੀ ਹਾਈ ਵੋਲਿਊਮ, ਰਾਈਟ, ਕਿ ਸਾਰੀਆਂ ਐਪਲੀਕੇਸ਼ਨਸ ਹੋਲਡ ਕਰਤੀਆਂ ਗਈਆਂ ਸੀ ਇੱਕ ਵਾਰੀ ਕਿ ਜਿਹੜੇ ਕਾਲਜ ਦੇ ਸੀਏਕਿਊ ਕੈਂਸਲ ਰੱਦ ਕੀਤੇ ਗਏ ਸੀ, ਉਹਨਾਂ ਦੇ ਡਿਸੀਜਨਸ ਹੋਲਡ ਕਰਤੇ ਗਏ ਸੀ। ਸੋ ਹੋ ਸਕਦਾ ਬੈਕਲੌਗ ਤੋਂ ਬਾਅਦ ਜਿਹੜੀਆਂ ਪ੍ਰਾਇੋਰਟੀ ਦੇ ਵਿੱਚ ਫਾਈਲਾਂ ਅੱਗੇ ਜਾ ਚੁੱਕੀਆਂ ਸੀ ਉਹ ਚੁੱਕੀਆਂ ਗਈਆਂ, ਉਹਨਾਂ ਨੂੰ ਬਾਅਦ ਚੁੱਕਿਆ ਗਿਆ, ਕੀ ਉਹਨਾਂ ਨੇ ਵੇ ਬਣਾਇਆ, ਕਿਤੇ ਨਾ ਕਿਤੇ ਪ੍ਰੋਬਲਮ ਹੈ। ਬਟ ਕਿਊਬੈਕ ਬੰਦ ਨਹੀਂ ਹੋਇਆ। ਕਿਊਬੈਕ ਅੱਜ ਵੀ ਰੀਜ਼ਨੇਬਲ ਫੀਸ ਵਾਲੇ ਕੋਰਸਸ ਵੀ ਹੈ, ਚੰਗੇ ਕੋਰਸਸ ਵੀ ਹੈ। ਦੂਜੇ ਪਾਸੇ ਵੈਂਕੂਵਰ ਦੇ ਵਿੱਚ ਕਾਫੀ ਨਵੇਂ ਕੋਰਸਸ, ਡਿਪਲੋਮਾ ਮਾਰਕੀਟ ਵੈਂਕੂਵਰ 'ਚ ਬਹੁਤ ਹੌਟ ਹੋਈ ਹੈ ਕਿਉਂਕਿ ਪਹਿਲਾਂ ਵੈਂਕੂਵਰ ਦੇ ਵਿੱਚ ਡਿਪਲੋਮਾਸ ਨਹੀਂ ਮਿਲ ਪਾਉਂਦੇ ਸੀ। ਓਵਰਆਲ 1.5 ਦੇ ਨਾਲ ਕਿਊਬੈਕ ਦੀ ਮਾਰਕੀਟ ਤੋਂ ਇਲਾਵਾ ਹੁਣ ਜਿਹੜੀ ਬੇਸਿਕਲੀ ਆਪਾਂ ਕਹੀਏ ਵੈਂਕੂਵਰ ਦੀ ਮਾਰਕੀਟ ਵੀ ਹੌਟ ਹੋ ਗਈ ਹੈ। ਟੋਰਾਂਟੋ ਦੇ ਵਿੱਚ ਲਗਭਗ 13-14 ਕਾਲਜ ਹੋ ਗਏ, ਇੱਕ ਵੱਖਰਾ ਸਮੀਕਰਨ ਬਣ ਗਿਆ। ਸੋ ਬੱਚਿਆਂ ਲਈ ਫਿਊਚਰ ਬੜਾ ਇੰਟਰਸਟਿੰਗ ਜਾ ਰਿਹਾ। ਜੋ ਟੋਰਾਂਟੋ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਜੋ ਆਪਸ਼ਨਸ ਟੋਰਾਂਟੋ ਵੱਲੋਂ ਇਸ ਵੇਲੇ ਮਿਲ ਰਹੇ ਨੇ, ਸੋ ਬੱਚਿਆਂ ਵਾਸਤੇ ਕਿੰਨੇ ਕੁ ਕਿਫਾਇਤੀ ਨੇ? ਜਵਾਬ ਜ਼ਰੂਰ ਤੁਹਾਡੇ ਤੋਂ ਚਾਹੂੰਗੀ, ਲੇਕਿਨ ਕਤਾਰ ਦਰਸ਼ਕਾਂ ਦੀ ਕਾਫੀ ਲੰਬੀ ਲੱਗ ਗਈ ਹੈ। ਸੋ ਦਰਸ਼ਕਾਂ ਦੇ ਨਾਲ ਗੱਲਬਾਤ ਬਿਲਕੁਲ ਪਹਿਲਾਂ ਦਰਸ਼ਕਾਂ ਬਿਲਕੁਲ ਸਾਡੇ ਨਾਲ ਸਾਡੇ ਅੱਜ ਦੇ ਪਹਿਲੇ ਦਰਸ਼ਕ ਜੁੜੇ ਨੇ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ, ਮੈਂ ਇਹ ਪੁੱਛਣਾ ਸੀ ਕਿ ਮਈ ਇਨਟੇਕ ਲਈ ਸੁਣਾਏ ਜੀ। ਮਈ ਇਨਟੇਕ ਦੇ ਕੀ ਆ ਗਏ? ਮਈ ਇਨਟੇਕ ਲਈ ਸਰ ਆਪਸ਼ਨ ਹੈ ਜੀ, ਮੈਂ ਤੋਂ ਬਾਅਦ ਜੀ ਬੇਟਾ 6.5 ਦੇ ਬ੍ਰਾਂਡ ਸਕੂਲ ਹੈ ਜੀ। ਹਾਂ, ਮਈ ਇਨਟੇਕ ਹਾਲੇ ਓਪਨ ਹੈ ਭਾਜੀ, ਫਾਈਲਾਂ ਲੱਗ ਰਹੀਆਂ ਮੇਰੀਆਂ ਸਾਡੇ ਕੋਲ। ਹਾਂਜੀ ਜੀ, ਮਤਲਬ ਓਨਟਾਰੀਓ ਬ੍ਰੈਂਪਟਨ ਹੈ ਜੀ। ਓਨਟਾਰੀਓ ਬ੍ਰੈਂਪਟਨ ਮਿਲ ਜੂਗਾ ਮਈ ਦਾ। ਕਿਹੜੇ ਸ਼ਹਿਰ ਤੋਂ ਬੋਲ ਰਹੇ ਹੋ ਤੁਸੀਂ? ਸਰ ਮਲੇਰਕੋਟਲਾ ਜੀ। ਤੁਸੀਂ ਕੱਲ ਮੇਰੇ ਚੰਡੀਗੜ੍ਹ ਆਫਿਸ ਆ ਜਾਓ, ਲੁਧਿਆਣੇ ਚੱਲ ਜਾਓ, ਉੱਥੇ ਪ੍ਰਭਜੋਤ ਹੋਊਗੀ ਜਾਂ ਜਸਪ੍ਰੀਤ ਹੋਊਗੀ, ਉਹਨਾਂ ਨੂੰ ਮਿਲ ਲਓ। ਮਈ ਇਨਟੇਕ ਇਮੀਡੀਏਟਲੀ ਅਪਲਾਈ ਕਰ ਦਿਓ। ਸਾਡੇ ਕੋਲੇ ਲਗਭਗ ਹਾਲੇ 35-40 ਸੀਟ ਇੱਕ ਪਾਰਟਿਕੂਲਰ ਕਾਲਜ ਦੀ ਲਿੱਤੀ ਪਈ ਹੋਈ ਹੈ। ਠੀਕ ਹੈ ਸਰ, ਠੀਕ ਹੈ। ਰਾਈਟ, ਪੜਿਆ ਕੀ ਹੋਇਆ ਬੱਚਾ? ਅੱਛਾ ਜੀ। ਬੇਟੇ ਦੀ ਪੜ੍ਹਾਈ ਕੀ ਹੈ? ਪਲੱਸ 2 ਆ ਸਰ, ਪਲੱਸ 2 ਬਾਅਦ ਸਬਜੈਕਟ ਕੀ ਹੈ ਪਲੱਸ 2 ਦੇ ਭਾਜੀ? ਸਬਜੈਕਟ ਹੈ ਜੀ ਇਕਨੋਮਿਕਸ ਹੈ ਜੀ, ਇਲੈਕਟਿਵ ਇੰਗਲਿਸ਼ ਹੈ ਆ, ਇੰਗਲਿਸ਼ ਹੈ। ਠੀਕ ਹੈ ਭਾਜੀ, ਕੋਈ ਨਹੀਂ, ਤੁਸੀਂ ਇਹਨੂੰ ਕੱਲ ਮੇਰੇ ਲੁਧਿਆਣਾ ਆਫਿਸ ਲੈ ਜਾਓ, ਮੇਰੀ ਉੱਥੇ ਗੱਲ ਕਰਾ ਦਿਓ। ਮੇਨ ਟੇਕ ਦੀਆਂ ਸੀਟਸ ਅਵੇਲੇਬਲ ਆ ਸਾਡੇ ਕੋਲੇ ਹਾਲੇ, ਬਟ ਫੀਸ ਭਰਨ ਨੂੰ ਤਿਆਰ ਰਹੋ ਇਮੀਡੀਏਟਲੀ ਭਾਜੀ।
ਠੀਕ ਹੈ ਸਰ, ਠੀਕ ਹੈ ਜੀ, ਠੀਕ ਹੈ। ਓਕੇ ਬ੍ਰਦਰ, ਥੈਂਕ ਯੂ। ਸਰ ਮੈਂ ਇਨਟੇਕ ਦਾ ਜਿੱਦਾਂ ਸਵਾਲ ਸਾਡੇ ਦਰਸ਼ਕ ਨੇ ਸਾਨੂੰ ਪੁੱਛਿਆ, ਸੋ ਕਿੰਨਾ ਟਾਈਮ ਹੋਰ ਹੈਗਾ ਮੈਂ ਇਨਟੇਕ ਹਾਲੇ ਅਸੀਂ ਅਪਲਾਈ ਤਾਂ ਕਰਾ ਰਹੇ ਹਾਂ ਕਿਉਂਕਿ ਮੈਂ ਇਨਟੇਕ ਚ ਬੱਚਾ ਫਲਾਈ ਕਰਦਾ ਕਿ ਨਹੀਂ ਸਵਾਲ ਕਰਾ ਕਿੰਨਾ ਆਨਲਾਈਨ ਉਹਨੂੰ ਪੜ੍ਹਨਾ ਪੈਂਦਾ, ਕਿਉਂਕਿ ਜੇ ਅੱਜ ਆਪਾਂ ਸੈਪਟੈਂਬਰ ਦੀ ਗੱਲ ਕਰੀਏ ਫਾਈਲਾਂ ਅਸੀਂ ਸੈਪਟੈਂਬਰ ਦੀਆਂ ਵੀ ਇਸ ਹਫਤੇ ਤੋਂ ਲਾਣੀਆਂ ਸ਼ੁਰੂ ਕਰਤੀਆਂ। ਸਾਡੇ ਕੋਲੇ ਕਈ ਬੱਚੇ ਨੇ ਜਿਹੜੇ ਕਿਉਂਕਿ ਜਿਹੜੀਆਂ ਪ੍ਰੋਵਿੰਸਸ ਲਾਈਕ ਮੈਨੀਟੋਬਾ, ਐਲਬਰਟਾ, ਇਹਨਾਂ ਦੇ ਸੈਪਟੈਂਬਰ ਇਨਟੇਕ ਦੀ ਆਫਰਾਂ ਵੀ ਆ ਗਈਆਂ ਹੋਈਆਂ। ਸੋ ਫਾਈਲਿੰਗ ਆਲਰੇਡੀ ਸੈਪਟੈਂਬਰ ਦੀ ਵੀ ਸਟਾਰਟ ਹੈ। ਮੇ ਦੀਆਂ ਸੀਟਸ ਹਾਲੇ ਹੈਗੀਆਂ, ਸੋ ਅਗਲੇ 3-4 ਦਿਨ ਮੇ ਦੀਆਂ ਸੀਟਸ ਲੈ ਸਕਦੇ ਹੋ। ਸੋ 22 ਤਰੀਕ ਨੂੰ ਮੈਂ ਚੰਡੀਗੜ੍ਹ ਆਫਿਸ ਦੇ ਵਿੱਚ ਹੈਗਾ ਜੀ, ਆਪਣੇ 24 ਤਰੀਕ ਨੂੰ ਮੈਂ ਆਪਦੇ ਜਲੰਧਰ ਆਫਿਸ ਵਿਖੇ ਹੋਊਂਗਾ। ਸੋ ਤੁਸੀਂ ਜੇ ਮੈਨੂੰ ਮਿਲਣਾ ਚਾਹੁੰਦੇ ਹੋ ਡਾਇਰੈਕਟ ਤਾਂ ਉੱਥੇ ਆ ਕੇ ਮਿਲ ਸਕਦੇ ਹੋ ਜੀ। ਬਿਲਕੁਲ। ਸੋ ਨੈਕਸਟ ਕਾਲਰ, ਹੈਲੋ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਸਵਾਲ ਕਰੋ ਜੀ। ਹੈਲੋ। ਹਾਂਜੀ ਹਾਂਜੀ ਭਾਜੀ, ਕੀ ਸਵਾਲ ਹੈ? ਲਾਈਵ ਹੋ ਤੁਸੀਂ ਜੀ। ਸਰ ਟੀਵੀ 'ਚ ਆਵਾਜ਼ ਸੁਣਨ ਦੇ ਚੱਕਰ 'ਚ ਨਾ ਪਾਓ, ਤੁਸੀਂ ਇਧਰ ਸਵਾਲ ਜਵਾਬ ਕਰੋ ਜੀ। ਹਾਂਜੀ ਮੈਡਮ ਜੀ, ਮੈਂ ਨਾ ਬੇਟਾ ਮੇਰਾ ਪਲੱਸ 2 ਕੀਤੀ ਹੈ ਜੀ। ਜੀ ਸਰ ਇਹਨੇ ਪਲੱਸ 2 ਕੀਤੀ ਹੈ ਤੇ 16 ਦੀ ਕੀਤੀ ਆ। 16 ਤੋਂ ਬਾਅਦ ਕੀ ਕਰ ਰਹੇ ਆ? ਘਰ ਦਾ ਕਾਰੋਬਾਰ ਕਰਦਾ ਜੀ। ਕਿਹੜੀ ਕੰਟਰੀ ਭੇਜਣਾ ਚਾਹੁੰਦੇ ਹੋ ਭਾਜੀ? ਕਿੱਥੇ ਹੈਗਾ ਜੀ ਉਹਦਾ? ਭਾਜੀ ਦੇਖੋ, ਸਿੰਗਾਪੁਰ ਵਰਗੀ ਛੋਟੀ ਕੰਟਰੀ ਲੇਗੀ, ਕੈਨੇਡਾ ਨਹੀਂ ਲਊਗਾ ਭਾਜੀ। ਸਿੰਗਾਪੁਰ ਵਰਗੀ ਛੋਟੀ ਕੰਟਰੀ ਚ ਜਾ ਸਕਦਾ, ਛੋਟੀ ਮਤਲਬ ਜਿਹੜੀ ਆਪਾਂ ਛੋਟੀ ਕਹਿੰਦੇ, ਜਦਕਿ ਸਿੰਗਾਪੁਰ ਦੇ ਡਾਲਰ ਦਾ ਰੇਟ ਦੇਖ ਲਈਏ ਮਾੜਾ ਉਹ ਵੀ ਨਹੀਂ ਹੈ, ਰਾਈਟ। ਬਟ ਕੁਐਸਚਨ ਇਹ ਹੈ ਕਿ ਸਿੰਗਾਪੁਰ ਵਰਗੀ ਕੰਟਰੀ ਤੋਂ ਅੱਗੇ ਦਾ ਪਾਥਵੇ ਬਣ ਜਾਊਗਾ, ਪਰ ਵੀਜ਼ੇ ਦੀ ਗਰੰਟੀ ਦੇਣਾ ਗਲਤ ਹੋਊਗਾ, ਰਾਈਟ। ਸੋ ਸਿੰਗਾਪੁਰ ਨੂੰ ਐਕਸੈਪਟ ਕਰ ਸਕਦਾ ਜਿੱਥੋਂ ਗਰੰਟਡ ਐਡਮਿਸ਼ਨ ਯੂਕੇ ਦੀ ਵਿਦ ਪਾਥਵੇ ਵਿਦ ਵੇਵਰ ਮਿਲੂਗੀ, ਔਰ ਸੇਮ ਸਿਚੁਏਸ਼ਨ ਉਹਦੀ ਕੈਨੇਡਾ ਦੀ ਰਹੂਗੀ ਜੀ। ਸੋ ਨੈਕਸਟ ਕਾਲਰ ਨਾਲ ਜੁੜੇ ਨੇ, ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ। ਹੈਲੋ, ਬੋਲੋ ਜਨਾਬ, ਤੁਹਾਡੀ ਲਾਈਵ ਆਵਾਜ਼ ਜੀ। ਜੀ ਬੜਾ ਬੇਸ਼ਕੀਮਤੀ ਸਮਾਂ ਹੁੰਦਾ ਹੈ ਕਿਉਂਕਿ ਲਾਈਵ ਹੁੰਨੇ ਆ, ਸਮਾਂ ਥੋੜਾ ਜਿਹਾ ਘੱਟ ਹੁੰਦਾ ਹੈ, ਸੋ ਪਲੀਜ਼ ਨੈਟਵਰਕ 'ਚ ਆ ਕੇ ਕਾਲ ਕਰਿਆ ਕਰੋ, ਨਹੀਂ ਤਾਂ ਕਾਲ ਡਿਸਕਨੈਕਟ ਹੋ ਜਾਂਦਾ ਹੁੰਦਾ ਹੈ ਜੀ। ਬਿਲਕੁਲ। ਸੋ ਅਗਲੇ ਇੱਕ ਹੋਰ ਦਰਸ਼ਕ ਨਾਲ ਜੁੜੇ ਨੇ, ਨੈਕਸਟ ਕਾਲਰ, ਹੈਲੋ। ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ। ਸਵਾਲ ਕੀ ਹੈ ਜੀ? ਮੈਂ ਰੀਸੈਂਟਲੀ ਪਲੱਸ 2 ਪਾਸ ਆ 2020 ਵਿੱਚ। ਰੀਸੈਂਟਲੀ ਮੇਰੇ ਬੈਂਡ ਸਕੋਰ ਆ, ਰਾਈਟ। ਕੀ ਬੈਂਡ ਸਕੋਰਸ ਆ ਤੁਹਾਡੇ? 6.5 ਓਵਰਆਲ ਆ। ਓਕੇ। ਤੇ ਇੱਕ ਸਪੀਕਿੰਗ ਦੇ ਵਿੱਚ 5.5 ਹੈ ਜੀ। ਰੀਵੈਲੂਏਸ਼ਨ ਅਪਲਾਈ ਕੀਤੀ ਹੈ? ਸਰ ਰੀਵੈਲੂਏਸ਼ਨ ਕਰਨੀ ਹੈ ਅਪਲਾਈ। ਰਾਈਟ। ਕਿਹੜੇ ਸ਼ਹਿਰ ਤੋਂ ਬੋਲ ਰਹੇ ਹੋ? ਅੱਖਾਂ ਰੀਵੈਲੂਏਸ਼ਨ ਕਰਨਾ ਅਪਲਾਈ ਕਰਨੀ ਚਾਹੀਦੀ ਰਾਜੇ। ਦੇਖੋ, ਤੁਹਾਡੇ ਪਲੱਸ 2 ਚ ਇੰਗਲਿਸ਼ ਕਿੰਨੇ ਮਾਰਕਸ ਹੈ? ਕਿਹੜੇ ਬੋਰਡ ਤੋਂ ਪੜ੍ਹੇ ਹੋਏ ਹੋ? ਮੈਂ CBSE ਤੋਂ ਪਲੱਸ 2 ਪਾਸ ਆ ਤੇ ਮੇਰੇ 65% ਆ। ਆਈ ਥਿੰਕ ਯੂ ਸ਼ੁਡ ਰੀਅਪਲਾਈ। ਵਿੱਚ 70। ਅੱਛਾ, ਪੜ੍ਹਨਾ ਕੀ ਚਾਹੁੰਦੇ ਹੋ? ਤੁਹਾਡਾ ਸਪੈਸੀਫਿਕ ਕੁਐਸਚਨ ਕੀ ਹੈ? ਕਿਹੜੀ ਕੰਟਰੀ ਨੂੰ ਲੈ ਕੇ ਕੀ ਕੁਐਸਚਨ ਹੈ? ਸਬਜੈਕਟਸ ਕੀ ਹੈ ਪਲੱਸ 2 ਦੇ? ਸਰ ਕਮਰਸ ਸਟਰੀਮ ਹੀ ਮੇਰੀ, ਤੇ ਮੈਂ ਕੈਨੇਡਾ ਵਾਸਤੇ ਅਪਲਾਈ ਕਰਨਾ ਹੈ, ਬਟ ਉਹ ਨਾਨ STS ਦੇ ਵਿੱਚ ਮੈਂ ਕਰਨਾ ਚਾਹੁੰਦਾ। ਤੁਸੀਂ ਕੰਮ ਕਰੋ, ਆਪਦੀ ਆਫਰ ਲੈਟਰ ਮੰਗਾਓ, ਉਸ ਕਾਲਜ ਦੀ ਮੰਗਾਵਾਂਗੇ ਜਿਹਦੇ ਚ 5.5 ਐਕਸੈਪਟੇਬਲ ਹੈ। ਆਪਦੀ ਰੀਵੈਲੂਏਸ਼ਨ ਕਰੋ ਔਰ ਆਇਲਸ ਦੀ ਡੇਟ ਲਓ, ਰਾਈਟ। ਬਿਕੋਜ਼ ਜੇ ਆਪਾਂ CBSE ਆਪਾਂ ਨੂੰ ਸ਼ੋਰ ਹੈ ਓਵਰਆਲ 6.5 ਹੈ, ਇੱਥੇ ਕਿਤੇ ਨਾ ਕਿਤੇ ਜਾਂ ਤੁਸੀਂ ਉਸ ਦਿਨ ਘਬਰਾ ਗਏ ਜਾਂ ਕੋਈ ਮਾਰਕਿੰਗ 'ਚ ਗੱਲਬਾਤ ਰਹਿ ਗਈ, ਰਾਈਟ। ਕਿਹੜੇ ਸ਼ਹਿਰ ਤੋਂ ਬੋਲ ਰਹੇ ਹੋ ਤੁਸੀਂ? ਤਰਨਤਾਰਨ ਤੋਂ ਜੀ। ਤੁਸੀਂ ਮੇਰੀ ਅੰਮ੍ਰਿਤਸਰ ਬ੍ਰਾਂਚ ਚੱਲ ਜਾਓ, ਕੱਲ ਉੱਥੇ ਰਿਚਾ ਮੈਮ ਹੋਣਗੇ, ਇੱਕ ਮੌਕ ਟੈਸਟ ਵੀ ਦੇ ਕੇ ਦੇਖ ਲਓ, ਸਪੀਕਿੰਗ ਦਾ ਮੌਕ ਟੈਸਟ ਦੇ ਕੇ ਦੇਖ ਲਓ, ਔਰ ਪੜ੍ਹਨਾ ਕੀ ਚਾਹਨਾ ਅੱਗੇ? ਬਿਜ਼ਨਸ ਰਿਲੇਟਡ ਕੋਰਸ ਲੈਣਾ ਚਾਹੁੰਦਾ ਮੈਂ, ਡਿਪਲੋਮਾ ਜੀ। ਕੋਈ ਸਿਟੀ ਪ੍ਰੈਫਰੈਂਸ? ਟੋਰਾਂਟੋ, ਵੈਂਕੂਵਰ, ਮੌਂਟਰੀਅਲ? ਪ੍ਰੈਫਰੈਂਸ ਅੰਟਾਰੀਓ ਦੇ ਵਿੱਚ ਬਰੈਂਪਟਨ ਜਾਂ ਟੋਰਾਂਟੋ। ਹਾਂ, ਬਰੈਂਪਟਨ ਦੇ ਵਿੱਚ ਹਾਲੇ ਆਪਸ਼ਨਸ ਅਵੇਲੇਬਲ ਹੈਗੀਆਂ, ਇਮੀਡੀਏਟਲੀ ਮਿਲ ਹੈ ਕਿਉਂਕਿ ਆਪਸ਼ਨਸ ਭਾਰਤ ਬਹੁਤ ਛੇਤੀ ਜਾਣਗੀਆਂ। ਹਾਂਜੀ, ਸੈਪਟੈਂਬਰ ਇਨਟੇਕ ਵਾਸਤੇ ਟਰਾਈ ਕਰਨਾ ਜੀ। ਸੈਪਟੈਂਬਰ ਦੀ ਵੀ ਹੁਣੇ ਹੀ ਅਪਲਾਈ ਕਰਾਂਗੇ ਕਾਕਾ ਜੀ, ਬਿਲਕੁਲ। ਤਦ ਤੱਕ ਤੁਸੀਂ ਰਿਵੈਲੂਏਸ਼ਨ, ਤੁਹਾਨੂੰ ਸਾਡਾ ਅੰਮ੍ਰਿਤਸਰ ਆਫਿਸ ਦਾ ਐਡਰੈਸ ਪਤਾ ਹੈ? ਹਾਂਜੀ ਪਤਾ ਜੀ, ਮੈਂ ਉੱਥੋਂ ਹੀ ਆਇਲਸ ਵੀ ਉੱਥੇ ਕੀਤੀ ਜੀ, ਵੈਬਰ ਇੰਸਟੀਚਿਊਟ ਤੋਂ। ਅੱਛਾ, ਵੈਬਰ ਤੋਂ ਕੀਤੀ ਹੈ, ਠੀਕ ਹੈ। ਤੇ ਕੋਈ ਨਹੀਂ, ਤੂੰ ਇੱਕ ਵਾਰੀ ਕੱਲ ਅੰਮ੍ਰਿਤਸਰ ਮੈਮ ਨੂੰ ਸਾਡੇ ਵਾਲਿਆਂ ਨੂੰ ਮਿਲ ਲੈ ਜਾ ਕੇ, ਐਂਡ ਆਈ ਥਿੰਕ ਵੀਲ ਬੀ ਏਬਲ ਟੂ ਹੈਲਪ ਯੂ। ਜੀ ਓਕੇ ਥੈਂਕ ਯੂ। ਓਕੇ, ਗॉड ਬlesਸ। ਸੋ ਬਹੁਤ ਸਾਰੇ ਬੱਚੇ 1.5 ਲੈ ਕੇ, ਹਾਂਜੀ ਇੱਥੇ ਮੈਂ ਸਵਾਲ ਜ਼ਰੂਰ ਹੈ ਨਾ, ਜਦੋਂ ਇਹਨਾਂ ਦੇ ਇੱਕ ਮੋਡਿਊਲ 5.5 ਹੈ ਤਾਂ ਇੱਕ ਮੋਡਿਊਲ 5.5 ਵਾਲਾ ਬੱਚਾ ਨੋਨ SGS ਤਾਂ ਨਹੀਂ ਹੁੰਦਾ? ਫਾਈਲ ਨੋਨ SGS ਹੋਗੀ। ਨੋਨ SGS ਦਾ ਸੂਲ ਹੈ 6-6-6-6। ਓਕੇ, ਰਾਈਟ। ਯੁਵਰਾਜ ਸਿੰਘ ਨੇ 6 ਛੱਕੇ ਮਾਰੇ ਸੀ, ਇੱਥੇ 4 ਛੱਕੇ ਚਾਹੀਦੇ ਆ ਜੀ, ਰਾਈਟ। ਪਰ ਫਿਰ ਬਾਕੀ ਇਮੀਗ੍ਰੇਸ਼ਨ ਵਾਲੇ ਕਹਿੰਦੇ ਨੇ ਵੀ ਅਸੀਂ SGS ਕੈਟਾਗਰੀ ਦੇ ਵਿੱਚ ਲਾਵਾਂਗੇ। STS ਕਾਲਜ ਹੈ,
ਓਕੇ ਕਾਲਜ ਪਹਿਲੀ ਗੱਲ ਤਾਂ ਐਸਡੀਐਸ ਨਹੀਂ ਹੁੰਦਾ, ਨਾਨ ਐਸਡੀਐਸ ਨਹੀਂ ਹੁੰਦਾ। ਜੀ। ਪ੍ਰਾਈਵੇਟ ਕਾਲਜ ਵਿੱਚ ਵੀ 6 ਈਚ ਲੱਗਣ ਨਾਲ ਫਾਈਲ ਐਸਡੀਐਸ ਹੀ ਰਹੇਗੀ। ਜੀ। ਉਹ ਸਟੂਡੈਂਟ ਡਾਇਰੈਕਟ ਸਕੀਮ ਦੇ ਵਿੱਚ ਜਿਹੜਾ ਹੈਗਾ ਉਹਦੇ 'ਚ ਸਿਰਫ ਡੀਐਲਆਈ ਨੰਬਰ ਚਾਹੀਦਾ ਹੈ। ਕੰਮ ਦੇ ਇਖਤਿਆਰ ਹੋਣਗੇ ਕਿ ਨਹੀਂ ਹੋਣਗੇ ਐਸਡੀਐਸ ਕਿਤੇ ਨਹੀਂ ਲਿਖਿਆ ਗਿਆ, ਜੀ। ਤੇ ਨਾਨ ਐਸਡੀਐਸ 'ਚ ਕੰਮ ਦੇ ਇਖਤਿਆਰ ਨਹੀਂ ਹੋਣਗੇ ਕਿਤੇ ਨਹੀਂ ਲਿਖਿਆ ਗਿਆ, ਕਿਤੇ ਨਹੀਂ ਲਿਖਿਆ। ਰਾਈਟ। ਸੋ 1.5 ਨਾਲ ਵੀਜ਼ਾਸ ਗ੍ਰਾਂਟ ਆਉਂਦੇ। ਇਹ ਜਿਹੜੇ ਲੋਕੀ ਕਹਿੰਦੇ ਕਿ ਵੀਜ਼ਾਸ ਨਹੀਂ ਆਉਂਦੇ ਉਹ ਵੀ ਝੂਠ ਜੀ। ਹੈ, ਰਾਈਟ। ਜੇ ਮੈਨੂੰ ਦਿਖਾਓ ਮੇਰੇ ਕੋਲੇ ਆ ਕੇ ਵੀ ਦੇਖ ਲਓ ਕਿੰਨੇ 5.5 ਜਣਾਂ ਦਾ ਵੀਜ਼ਾਸ ਆ। ਯੈਸ, ਜਿਹੜਾ ਇੰਪਰੂਵ ਕਰ ਸਕਦਾ ਜ਼ਰੂਰ ਕਰੇ, ਜਿਹਦੇ 'ਚ ਹਿੰਮਤ ਹੈ, ਸ਼ਮਤਾ ਹੈ, ਕਾਬਲੀਅਤ ਹੈ, ਉਹ ਜ਼ਰੂਰ ਲਾਵੇ। ਪਰ ਜਿੱਤੋਂ ਹੋ ਹੀ ਨਹੀਂ ਰਿਹਾ ਉਹ ਕੀ ਕਰੇ, ਰਾਈਟ। ਇਹ ਜਿੱਤੋਂ ਹੋ ਹੀ ਨਹੀਂ ਰਿਹਾ ਉਹ ਕੀ ਕਰੇ। ਸੋ ਕਿਤੇ ਨਾ ਕਿਤੇ ਆਪਾਂ ਨੂੰ ਤਕਦੀਰ ਨੂੰ ਅਜਮਾਉਣਾ ਪੈਂਦਾ। ਸੋ ਇੱਥੇ ਮੈਂ ਤਕਦੀਰ ਅਜਮਾਉਣ ਵਾਲੀ ਗੱਲ ਟੋਰਾਂਟੋ ਦੀ ਸਰ ਅਸੀਂ ਗੱਲ ਕਰਦੇ ਪਏ ਸੀ, ਜੀ। ਸਵਾਲ ਉਦੋਂ ਵੀ ਵਿੱਚ ਹੀ ਰਹਿ ਗਿਆ ਸੀ, ਜਿਹੜੇ ਜੀ। ਆਪਸ਼ਨਸ ਮਿਲਦੇ ਪਏ ਨੇ, ਆਪਸ਼ਨਸ ਕੀ ਹੈਗੇ ਨੇ ਤੇ ਕਿਹਨਾਂ ਟੋਰਾਂਟੋ ਦੇ ਵਾਸਤੇ ਵਿੱਚ ਕਿਫਾਇਤੀ? ਬਹੁਤ ਨਵੇਂ ਪ੍ਰੋਗਰਾਮਸ ਔਰ ਬੜੇ ਨਵੇਂ ਕੈਂਪਸਸ ਆਏ ਨੇ, ਰਾਈਟ। ਜਾਰਜੀਅਨ ਉਹਨਾਂ ਨੂੰ ਇੱਕ ਅੱਜਕੱਲ ਪੂਰੀ ਪੰਜਾਬ ਦੀ ਐਕਟੀਵਿਟੀ ਕਰ ਰਿਹਾ। ਸੋ ਜਾਰਜੀਅਨ ਬਹੁਤ ਮਸ਼ਹੂਰ ਹੈ ਪੰਜਾਬ ਦੇ ਵਿੱਚ ਐਜ਼ ਆਫ ਨਾਓ, ਔਰ ਸੇਂਟ ਕਲੇਅਰ ਦੇ ਕੈਂਪਸ ਆ, ਉੱਥੇ ਲੈਂਪਟਨ ਦਾ ਕੈਂਪਸ ਹੈ, ਸ਼ੈਰਡਨ ਦਾ ਆਪਣਾ ਕੈਂਪਸ ਪਿਆ, ਬਹੁਤ ਵੱਡਾ ਜੀਬੀਸੀ, ਬਹੁਤ ਨਾਮਚੀਨ ਕੈਂਪਸਸ ਪਏ ਆ। ਕਈਆਂ ਦੇ ਹਾਲੇ ਮਈ ਓਪਨ ਹੈ, ਕਈਆਂ ਨੇ ਜੁਲਾਈ ਇਨਟੇਕ ਓਪਨ ਕਰਤਾ, ਕਈ ਨੇ ਸਪਟੈਂਬਰ ਇਨਟੇਕ ਓਪਨ ਕਰਤਾ। ਸੋ ਬੇਸਿਕਲੀ ਆਪਾਂ ਨੂੰ ਹੁਣੇ ਦੇਖਣਾ ਪੈਣਾ ਹੈ ਕਿ ਆਪਾਂ ਕਿਹੜੀ ਇਨਟੇਕ 'ਚ ਕਿਹੜਾ ਪ੍ਰੋਗਰਾਮ ਅਵੇਲੇਬਲ ਹੈ, ਰਾਈਟ। ਕਿਉਂਕਿ ਕਿਊ ਲੰਬੀ ਹੈ, ਪ੍ਰੋਸੈਸਿੰਗ ਲੰਬੀ ਹੋਏਗੀ, ਉਹਨਾਂ ਨੇ ਬਾਰਡਰ ਪ੍ਰੋਸੈਸ ਹੀ ਲੌਂਗਰ ਕਰਤਾ ਹੈ। ਹੁਣ ਉਹ ਦਿਨ ਗਏ ਜੋ ਮੈਨੂੰ ਲੱਗਦਾ, ਇਹ ਮੇਰੀ ਨਿੱਜੀ ਧਾਰਨਾ ਹੈ, ਅਗੇਨ ਮੈਂ ਕਹਿ ਰਿਹਾ ਜੀ ਤਰੂਦੋ ਸਾਹਿਬ ਮੇਰੇ ਤੋਂ ਸਲਾਹ ਨਹੀਂ ਲੈਂਦੇ, ਰਾਈਟ, ਕਿ ਇਹਨਾਂ ਨੇ ਪ੍ਰੋਸੈਸਿੰਗ ਟਾਈਮ ਲੰਬੀ ਹੀ ਰੱਖਣਾ, ਰਾਈਟ। ਐਡਾ ਹੀ ਲੌਂਗ ਪ੍ਰੋਸੈਸਿੰਗ ਰਹੂਗੀ ਤਾਂ ਕਿ ਉਹਨਾਂ ਕੋਲੇ ਕਦੀ ਇੱਕਦਮ ਬਹੁਤ ਇਨਫਲੈਕਸ ਜਦ ਤੱਕ ਕਰੋਨਾ ਕੰਟਰੋਲ ਹੁੰਦਾ ਨਾ ਜੀ ਬਿਲਕੁਲ। ਉਹਨੇ ਦੋਨੋਂ ਪਰਪਸ ਸਰਤੇ ਹੈ, ਰੈਵਨਿਊ ਵੀ ਆਉਂਦਾ, ਵੀਜ਼ਾ ਗ੍ਰਾਂਟ ਰੇਟ ਵੀ ਹੁੰਦਾ, ਔਰ ਬਾਰਡਰ ਤੇ ਰਸ਼ ਵੀ ਨਹੀਂ ਹੁੰਦਾ, ਔਰ ਕਮਿਊਨਿਟੀ ਸਪਰੈਡ ਦਾ ਰਿਸਕ ਵੀ ਘਟਦਾ। ਜੀ ਬਿਲਕੁਲ। ਸੋ ਤੁਹਾਡੇ ਮਨ ਦੇ ਵਿੱਚ ਵੀ ਕੋਈ ਸਵਾਲ ਹੈ ਤਾਂ ਤੁਸੀਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਸਕਰੀਨ ਦੇ ਉੱਤੇ ਨੰਬਰ ਲਗਾਤਾਰ ਡਿਸਪਲੇ ਹੋ ਰਿਹਾ ਹੈ। ਅਗਲੇ ਦਰਸ਼ਕ ਨਾਲ ਜੁੜੇ ਨੇ, ਨੈਕਸਟ ਕਾਲਰ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਟੀਵੀ ਦੀ ਆਵਾਜ਼ ਘਟਾਓ ਜੀ ਪਲੀਜ਼। ਟੀਵੀ ਦੀ ਆਵਾਜ਼ ਘਟਾ ਦਿਓ ਜੀ, ਨਹੀਂ ਤਾਂ ਕਾਲ ਡਿਸਕਨੈਕਟ ਹੋ ਸਕਦਾ। ਹੈਲੋ ਜੀ ਸਤਿ ਸ਼੍ਰੀ ਅਕਾਲ। ਸਵਾਲ ਕੀ ਹੈ ਜੀ, ਨਾਮ ਕੀ ਹੈ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਕਿੱਥੋਂ ਬੋਲਦੇ ਹੋ, ਕੀ ਨਾਮ ਹੈ ਜੀ? ਮੈਂ ਚੰਡੀਗੜ੍ਹ ਤੋਂ ਬੋਲ ਰਿਹਾ ਬਾਈ ਜੀ। ਹਾਂਜੀ ਬਾਈ ਜੀ ਦੱਸੋ ਕੀ ਸਵਾਲ ਹੈ ਜੀ? ਸਵਾਲ ਮੇਰਾ ਇਹ ਹੈ, ਮੇਰੇ ਬੇਟੇ ਨੇ +2 ਤੋਂ ਬਾਅਦ 2 ਸਾਲ ਦਾ ਡਿਪਲੋਮਾ ਕੀਤਾ ਐਨੀਮੇਸ਼ਨ। ਵੈਰੀ ਗੁੱਡ, ਐਕਸੀਲੈਂਟ ਭਾਜੀ, ਐਕਸੀਲੈਂਟ। ਹਾਂਜੀ, ਉਹਦੇ ਮਹੀਨੇ 2 ਰਹਿੰਦੇ ਆ, ਉਹਦਾ ਸਕੋਪ ਹੈ ਕੋਈ ਅੱਗੇ ਜਾਣ ਦਾ, ਕੈਨੇਡਾ ਵਗੈਰਾ ਜੇ ਉਹਨੂੰ ਭੇਜਣਾ ਹੋਵੇ ਆਈਲੈਟਸ ਤੋਂ ਬਿਨਾਂ ਜਾ ਸਕਦਾ ਉਹ? ਭਾਜੀ ਆਈਲੈਟਸ ਕਰਨੀ ਪਊਗੀ? ਭਾਜੀ ਆਇਲਸ ਕਰਨੀ ਪਊਗੀ। ਤੁਸੀਂ ਗੱਲ ਕੀਤੀ ਸਕੋਪ ਦੀ, ਰਾਈਟ। ਮੇਰੇ ਕੋਲੇ ਐਨੀਮੇਸ਼ਨ, 2D ਮਾਡਲਿੰਗ ਔਰ ਪੋਸਟ ਵੀਡੀਓ ਪ੍ਰੋਡਕਸ਼ਨ ਤੋਂ ਲੈ ਕੇ ਹਰ ਪ੍ਰਕਾਰ ਦਾ ਐਨੀਮੇਸ਼ਨ ਦਾ ਇੰਨਾ ਪ੍ਰੋਗਰਾਮ ਹੈ ਕੈਨੇਡਾ ਦੇ ਵਿੱਚ ਭਾਜੀ, ਆਪਾਂ ਇਮੇਜਿਨ ਨਹੀਂ ਕਰ ਸਕਦੇ। ਸਪੈਸ਼ਲਿਸਟ ਕਾਲਜਸ ਜਿਹੜੇ ਸਿਰਫ ਐਨੀਮੇਸ਼ਨ ਪੜਾਉਂਦੇ ਆ, ਹਾਂਜੀ, ਰਾਈਟ। ਸੋ ਐਨੀਮੇਸ਼ਨ ਦਾ ਉੱਥੇ ਬਹੁਤ ਸਕੋਪ ਹੈ ਜੇ ਬੱਚੇ ਨੂੰ ਕੰਮ ਚੰਗੀ ਤਰ੍ਹਾਂ ਆਉਂਦਾ ਹੈ। ਇਮੇਜਿਨ ਕਿ ਉੱਥੇ ਕਿੰਨਾ ਪੋਟੈਂਸ਼ੀਅਲ ਇਸ ਚੀਜ਼ ਦਾ ਆਪਾਂ ਸੋਚ ਨਹੀਂ ਸਕਦੇ ਭਾਜੀ। ਤੁਸੀਂ ਹੁਣ ਇੱਕ ਚੀਜ਼ ਆਪਾਂ ਹੋਰ ਨੋਟ ਕਰੀ, ਆਪਣਾ ਕਿੰਨਾ ਪੰਜਾਬੀ ਗਾਣਾ ਹੀ ਉੱਥੇ ਪ੍ਰੋਡਿਊਸ ਹੋਣ ਲੱਗ ਪਿਆ, ਰਾਈਟ। ਸੋ ਉੱਥੇ ਇੰਡੀਅਨ ਕਮਿਊਨਿਟੀ, ਇੰਟਰਨੈਸ਼ਨਲ ਕਮਿਊਨਿਟੀ ਤੇ ਪਲੱਸ ਯੂਐਸ ਤੋਂ ਆਊਟਸੋਰਸ ਹੋ ਕੇ ਕੰਮ ਬਹੁਤ ਆਉਂਦਾ। ਸੋ ਐਨੀਮੇਸ਼ਨ ਦਾ ਟੋਰਾਂਟੋ ਏਰੀਆ ਦੇ ਵਿੱਚ, ਮੌਂਟਰੀਅਲ ਏਰੀਆ ਦੇ ਵਿੱਚ ਤੇ ਵੈਂਕੂਵਰ ਏਰੀਆ 'ਚ ਤਿੰਨਾਂ 'ਚ ਸਕੋਪ ਬਹੁਤ ਮੇਜਰ ਹੈ। ਓਕੇ ਚਲੋ ਠੀਕ ਹੈ ਸਰ, ਆਪਾਂ ਤੁਹਾਡਾ ਨੰਬਰ ਮੈਂ ਸੇਵ ਕਰ ਲੈਣਾ। ਅਗਰ ਹੁਣ ਕੋਰਸ ਕੰਪਲੀਟ ਹੁੰਦਾ ਨਾ, 2 ਮਹੀਨੇ ਰਹਿ ਗਏ ਉਹਦੇ, Right, ਉਸ ਤੋਂ ਬਾਅਦ ਮੈਂ ਸਰ ਨਾਲ ਕੰਟੈਕਟ ਕਰੂੰਗਾ। ਤੁਸੀਂ ਮੇਰੇ ਕੋਲੇ ਆਇਓ ਜੀ, 35 ਆਫਿਸ 'ਚ ਬੈਠਾਂਗੇ, ਨਾਲੇ ਬੇਟੇ ਨਾਲ ਗੱਲਬਾਤ ਕਰਾਂਗੇ ਜੀ। ਜੀ ਸੋ ਉਮੀਦ ਹੈ ਸਵਾਲ ਦਾ ਜਵਾਬ ਤੁਹਾਨੂੰ ਪਸੰਦ ਆਇਆ ਹੋਊਗਾ। ਜੀ ਜੀ ਸਰ, ਕੈਨੇਡਾ ਦੀ ਸਾਰੀ ਗੱਲਬਾਤ ਕਰਦੇ ਨੇ, ਲੇਕਿਨ ਹੁਣ ਜਦੋਂ ਆਸਟ੍ਰੇਲੀਆ ਦੀ ਵਾਰੀ ਆ ਰਹੀ ਹੈ ਤਾਂ ਸਾਰਿਆਂ ਦੀ ਸੈਂਸਿਟੀਵਿਟੀ ਐਡ ਕਟੀ ਹੋਈ ਹੈ, ਐਡ ਕਟੀ ਹੋਈ ਕਿਉਂਕਿ ਬਾਰਡਰ ਕਦੋਂ ਖੁੱਲਨੇ ਪਤਾ ਨਹੀਂ। ਵੀਜ਼ਾਸ ਆ ਰਹੇ ਹਨ, ਵੀਜ਼ਾ ਗ੍ਰਾਂਟ ਰੇਟ ਹੋ ਰਿਹਾ, ਬਟ ਬਾਰਡਰ ਕਦੋਂ ਖੁੱਲਨੇ ਇਸ ਸਵਾਲ ਦਾ ਜਵਾਬ ਪਰ ਸਰ ਵੀਜ਼ੇ ਤੇ ਆ ਰਹੇ ਨੇ, ਫਿਰ ਗੱਲ ਕਰਨੀ ਕਿਉਂ ਬੰਦ ਹੋ ਗਈ? ਗੱਲ ਕਰਨੀ ਦੀ ਬੰਦ ਹੋ ਗਈ ਕਿਉਂਕਿ ਆਸਟ੍ਰੇਲੀਆ ਦੀ ਇੱਕ ਪੰਜਾਬ ਚੈਟ ਚੱਲਦੀ, ਸਾਰੇ ਪੈਸੇ ਵੀਜ਼ੇ ਤੋਂ ਬਾਅਦ, ਰਾਈਟ। ਸੋ ਸਾਡੇ ਕੋਲੇ ਤਾਂ ਪਹਿਲਾਂ ਹੋ ਜੀ ਕੋਈ ਵਿਉਂਤ ਹੈ ਨਹੀਂ, ਜਿਹੜੇ ਕਰਦੇ ਹੋ ਵੀ ਠੀਕ ਹੈ, ਸੋ ਕਿਸੇ ਦਾ ਖੰਡਨ ਨਹੀਂ, ਕਟਾਕਸ਼ ਨਹੀਂ। ਬਟ ਸਵਾਲ ਹੈ ਕਿ ਉਹਦੇ ਚ ਹੁਣ ਇਹ ਨਹੀਂ ਪਤਾ ਨਾ, ਜਿਹੜੇ ਫਾਈਨੈਂਸਰ ਹੈ ਵੀ ਭਾਈ ਬੱਚੇ ਨੇ 6 ਮਹੀਨੇ ਨੂੰ ਜਾਣਾ, 8 ਨੂੰ ਜਾਣਾ ਕਿ ਸਾਲ ਨੂੰ ਜਾਣਾ, ਰਾਈਟ। ਹਾਂ, ਅਸੀਂ ਆਸਟ੍ਰੇਲੀਆ ਦਾ ਤੋੜ ਇਹ ਕੱਢਿਆ ਕਿ ਅਸੀਂ ਕਾਲਜ ਲਿਆ ਰਹੇ ਹਾਂ ਜਿਹੜੇ AL1 ਕਾਲਜਸ ਨੇ, ਜਿਨ੍ਹਾਂ ਦੀ ਪਹਿਲੇ ਸਾਲ ਦੀ ਫੀਸ ਹੀ ਅਸੀਂ 12,000 ਤੋਂ ਘਟਾ ਕੇ 7-7, 8-8,000 ਤੇ ਬਣਾ ਲਿਆ ਕਾਲਜ ਨੂੰ, ਤਾਂ ਕਿ ਜੇ ਬੱਚੇ ਨੂੰ ਆਨਲਾਈਨ ਵੀ ਪੜ੍ਹਨਾ ਪੈ ਗਿਆ ਸਾਲ 6 ਮਹੀਨੇ 8 ਮਹੀਨੇ, ਜਿੱਦਿਨ ਬਾਰਡਰ ਖੁੱਲ ਗਿਆ ਚੱਲ ਜਾਓ, ਐਕਸਟਰਾ ਫੀਸ ਨਹੀਂ। ਦੂਜੇ ਪਾਸੇ ਸਾਡੇ ਕੋਲ ਇਹੋ ਜਿਹੇ ਕਾਲਜਸ ਆਏ ਜਿਹੜੇ ਕਹਿੰਦੇ ਜੀ ਪਹਿਲੇ ਸਾਲ ਦੀ ਫੀਸ ਤੇ ਕੋਈ ਡਿਸਕਾਊਂਟ ਨਹੀਂ, ਬੱਚਾ ਪੜ੍ਹ ਲੇ, ਦੂਜੇ ਸਾਲ ਦੀ ਫੀਸ $7,000, ਤੀਜੇ ਸਾਲ ਦੀ $7,000।
ਕਿ ਬੱਚਿਆਂ ਨੂੰ ਅਸੀਂ ਕੰਪਨਸੇਟ ਕਰ ਦਿੰਦੇ ਆ, ਰਾਈਟ। ਸੋ ਕਾਲਜਸ ਬਹੁਤ ਵੱਡੀਆਂ ਕੋਸ਼ਿਸ਼ਾਂ ਕਰ ਰਹੇ ਨੇ। ਦੂਜੇ ਪਾਸੇ ਜਿਹੜਾ +2 ਕਰੀ ਬੈਠਾ 5.5 ਬੈਂਡ ਹੈ, ਉਹਦੇ ਕੋਲ ਆਪਸ਼ਨ ਕੀ ਹੈ ਹੋਰ, ਰਾਈਟ। ਉਹ ਡਿਪਲੋਮਾ ਰੀਡਿੰਗ ਟੂ ਡਿਗਰੀ ਕਿਉਂ ਨਾ ਜਾਵੇ। ਸੋ ਵੱਡੇ ਤੋਂ ਵੱਡਾ ਗਰੁੱਪ ਜਿਹੜਾ ਹੈਗਾ ਉਹ ਸਕਾਲਰਸ਼ਿਪਸ ਦੇ ਰਿਹਾ, ਔਰ ਜਿਹੜੇ ਕੈਨੇਡੀਅਨ ਪਾਥਵੇਜ਼ ਕੈਨੇਡਾ ਦੇ ਵਿੱਚ ਵੀ ਨੇ, ਉਹਨਾਂ ਨੇ ਵੀ ਅੱਜ ਅਪ ਟੂ $2,000 ਦੇ ਸਕਾਲਰਸ਼ਿਪਸ ਸ਼ੁਰੂ ਕੀਤੇ ਨੇ। ਸੋ ਆਸਟ੍ਰੇਲੀਆ ਮਾਸਟਰਸ ਦੀ ਗ੍ਰਾਂਟ, ਅੰਡਰ ਗ੍ਰੈਜੂਏਟ ਦੀ, ਡਿਪਲੋਮਾ ਰੀਡਿੰਗ ਟੂ ਡਿਗਰੀ, ਤਿੰਨੋਂ ਸ਼੍ਰੇਣੀਆਂ ਦੇ ਵਿੱਚ ਰੱਜ ਕੇ ਆ ਰਹੀਆਂ ਨੇ ਜੀ। ਬਿਲਕੁਲ। ਸੋ ਆਸਟ੍ਰੇਲੀਆ ਜਿਨ੍ਹਾਂ ਨੇ ਅਪਲਾਈ ਕਰਨਾ ਉਹਨਾਂ ਵਾਸਤੇ ਅਪਕਮਿੰਗ ਇਨਟੇਕ ਕਿਹੜਾ ਹੈ? ਸਾਰੀ ਇਨਟੇਕ ਹੈ ਜੀ, ਅਪਕਮਿੰਗ ਹੈ, ਕਿਉਂਕਿ ਹਲੇ ਜਹਾਜ਼ ਨਹੀਂ ਚੜਦੇ। ਦੇਖੋ ਲੋਕਾਂ ਨੇ ਕਿਹਾ ਅਪ੍ਰੈਲ ਖੁੱਲ ਜੂਗਾ, ਮੈਨੂੰ ਨਹੀਂ ਲੱਗਦਾ, ਮਤਲਬ ਥੋੜੇ ਬਹੁਤ ਜੇ ਚਲੇਗੇ ਤਾਂ ਬਹੁਤ ਚੰਗੀ ਗੱਲ ਹੈ। ਜੁਲਾਈ ਦੀ ਉਮੀਦ ਕੀਤੀ ਜਾ ਸਕਦੀ ਹੈ ਕਿ ਜੇ ਕੁਆਰੰਟੀਨ ਪਾਲਿਸੀ ਸਟਰੋਂਗ ਲੈ ਕੇ ਦਿੱਤੀ, ਕਿਉਂਕਿ ਉੱਥੇ ਵੀ ਇੰਟਰਨਲ ਲੌਬਿੰਗ ਚੱਲ ਰਹੀ ਹੈ ਕਿ ਯੂਨੀਵਰਸਿਟੀਜ਼ ਨੂੰ ਕਿੰਨਾ ਰੈਵਨਿਊ ਚਾਹੀਦਾ ਹੈ, ਕੀ ਹੋਊਗਾ। ਸੋ ਬੜੇ ਤਕਨੀਕੀ ਚੀਜ਼ਾਂ ਤੇ ਕੜੀਕੀਆਂ ਫਸੀਆਂ ਹੋਈਆਂ ਨੇ। ਸੋ ਇੱਕ ਇਕਨੋਮੀ ਦੂਜੀ ਇਕਨੋਮੀ ਤੋਂ ਪਿੱਛੇ ਨਹੀਂ ਰਹਿਣਾ ਚਾਹੁੰਦੀ, ਬਟ ਇਕਨੋਮੀ ਦੇ ਚੱਕਰ 'ਚ ਉਹ ਆਪਣੇ ਘਰ 'ਚ ਕੋਈ ਕਸ਼ਟ ਨਹੀਂ ਚਾਹੁੰਦੇ, ਆਪਣੇ ਘਰ 'ਚ ਬਿਮਾਰੀ ਨਹੀਂ ਫੈਲਾਉਣਾ ਚਾਹੁੰਦੇ। ਸੋ ਦੇ ਆਰ ਗੋਇੰਗ ਵੈਰੀ ਸੇਫ। ਬਿਜ਼ਨਸ ਲੌਬੀ, ਯੂਨੀਵਰਸਿਟੀ ਲੌਬੀ, ਕਾਲਜ ਲੌਬੀ, ਅਸੀਂ ਸਾਰੇ ਪ੍ਰੈਸ਼ਰਾਈਜ਼ ਕਰਾਂਗੇ ਜੀ ਬਾਰਡਰ ਓਪਨ ਕਰੋ, ਬਟ ਉਹਨਾਂ ਨੇ ਐਂਡ ਆਫ ਦਾ ਡੇ ਆਪਣਾ ਦੇਖਣਾ, ਰਾਈਟ। ਸੋ ਸਾਡੀ ਰਿਪਰੈਜ਼ੈਂਟੇਸ਼ਨ ਠੀਕ ਹੈ, ਜਾਂਦੀਆਂ ਨੇ, ਸਾਡੀਆਂ ਇੰਸਟੀਟਿਊਸ਼ਨਸ ਭੇਜਦੀਆਂ, ਬਟ ਮੰਨਣਾ ਨਾ ਮੰਨਣਾ ਉਹਨਾਂ ਹੁਕਮਰਾਨਾਂ ਦੇ ਵਾਸਤੇ। ਬਿਲਕੁਲ ਜੀ। ਸੋ ਯੂਕੇ ਦੀ ਵੀ ਗੱਲਬਾਤ ਕਰ ਲੈਣੇ ਆ। ਤੁਹਾਡੇ ਮਨ ਦੇ ਵਿੱਚ ਵੀ ਕੋਈ ਸਵਾਲ ਹੈ ਤਾਂ ਤੁਸੀਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਜੀ। ਯੂਕੇ ਦਾ ਕੀ ਸਿਨੈਰੀਓ ਚੱਲ ਰਿਹਾ ਹੈ? ਯੂਕੇ ਜਿਹੜਾ ਫਿਲਹਾਲ ਇਨਟੇਕ ਚੱਲ ਰਿਹਾ ਜੀ, ਉਹ ਬੇਸਿਕਲੀ ਉਹਨਾਂ ਬੱਚਿਆਂ ਦਾ ਤਾਂ ਸ਼ੁਰੂ ਹੋ ਗਿਆ ਜਿਨ੍ਹਾਂ ਦੀ ਅੰਗਰੇਜ਼ੀ ਕਮਜ਼ੋਰ ਹੈ। ਬਹੁਤ ਸਾਰੇ ਗ੍ਰੈਜੂਏਟਸ ਨੇ ਜਿਨ੍ਹਾਂ ਨੇ 5.5 ਬੈਂਡ ਈਚ ਹੈ, ਓਵਰਆਲ 6 ਹੈ, 2.5 ਹੈ, ਰਾਈਟ। ਉਹਨਾਂ ਲਈ ਵੀ ਫਾਊਂਡੇਸ਼ਨ ਦੇ ਨਾਲ ਪ੍ਰੋਗਰਾਮਸ ਆ ਗਏ। ਸੋ ਫਾਊਂਡੇਸ਼ਨ ਪ੍ਰੋਗਰਾਮਸ ਬੱਚੇ ਮਿਸ ਕਰ ਜਾਣਗੇ। ਜਦੋਂ ਫਾਊਂਡੇਸ਼ਨ ਮਿਸ ਹੋਊਗਾ, ਮੁੜ ਕੇ ਪੂਰੀ 6 ਮਹੀਨੇ ਦੀ ਇਨਟੇਕ ਮਿਸ ਹੋਏਗੀ, ਤੁਹਾਡਾ ਸਾਲ ਨਿਕਲ ਜੂਗਾ, ਰਾਈਟ। ਸੋ ਅੱਜ ਜਿਹੜਾ ਬੱਚਾ 5.5 ਬੈਂਡ ਵਾਲਾ ਹੈ, ਓਵਰਆਲ 6 ਬੈਂਡ ਵਾਲਾ, ਉਹਨੂੰ ਯੂਕੇ ਲਈ ਇਮੀਡੀਏਟ ਅਪਲਾਈ ਕਰਨਾ ਚਾਹੀਦਾ। ਅਪ੍ਰੈਲ ਇਨਟੇਕ ਵੀ ਅਵੇਲੇਬਲ ਹੈ, ਔਰ ਯੂਕੇ ਦੇ ਵਿੱਚ ਗ੍ਰਾਂਟਸ ਵੀ ਆ ਰਹੇ ਨੇ ਕਿ ਗ੍ਰਾਂਟਸ ਨਹੀਂ ਆ ਰਹੇ। ਸੋ ਫਾਊਂਡੇਸ਼ਨ ਤਾਂ ਬਿਲਕੁਲ ਓਪਨ ਪਿਆ, ਔਰ ਉਹ ਕਲੋਜ਼ ਹੋਣ ਦੀ ਕਤਾਰ ਤੇ ਖੜਾ ਹੈ, ਰਾਈਟ। ਸੋ ਯੂਕੇ 'ਚ ਆਪਸ਼ਨਸ ਦੀ ਕਮੀ ਨਹੀਂ ਹੈਗੀ। ਯੂਕੇ 'ਚ ਕਮੀ ਹੈ ਕਿ ਐਡ ਫੇਰ ਘਟ ਗਈ, ਕੈਟ ਸਾਰੀ ਕੈਨੇਡਾ ਵਾਲੇ ਪਾਸੇ ਤੁਰ ਪਈ, ਕਿਉਂਕਿ ਯੂਕੇ 'ਚ ਇੰਟਰਵਿਊ ਸ਼ੁਰੂ ਹੋ ਗਈ। ਸੋ ਪੈਕੇਜ ਵਾਲਿਆਂ ਨੂੰ ਫੇਰ ਕਸ਼ਟ ਹੋ ਗਿਆ। ਕਸ਼ਟ ਨਿਰਧਾਰਨ ਕਿਵੇਂ ਹੋਏ? ਕਿਉਂਕਿ ਜੇ ਪੈਸੇ ਲੱਗ ਗਏ, ਬੱਚੇ ਦੀ ਇੰਟਰਵਿਊ ਡਿਕਲਾਈਨ ਹੋ ਗਈ, ਕੀ ਕਰਾਂਗੇ? ਸੋ ਜੇ ਤੁਹਾਨੂੰ ਲੱਗਦਾ ਵੀ ਤੁਸੀਂ ਇੰਟਰਵਿਊ ਫੇਸ ਕਰ ਸਕਦੇ ਹੋ, ਜਿਹੜਾ ਗ੍ਰੈਜੂਏਟ ਹੈ ਉਹ ਤਾਂ ਭਾਵੇਂ 4 ਸਾਲ ਪੜਿਆ, 5 ਸਾਲ ਦਾ ਗੈਪ ਹੈ, 6 ਸਾਲ ਦਾ ਗੈਪ ਹੈ, ਹੀ ਇਜ਼ ਐਲੀਜੀਬਲ ਫॉर ਯੂਕੇ। ਜਦ ਤੱਕ ਉਹ ਬਖੂਬੀ ਐਕਸਪਲੇਨ ਕਰ ਸਕਦਾ ਵੀ ਕਿੰਨਾ ਹਾਲਾਤਾਂ ਕਰਕੇ ਮੈਂ ਕੀ ਕਰਦਾ ਸੀ ਤੇ ਮੈਂ ਅੱਗੇ ਕੀ ਕਰੂੰਗਾ, ਉਹਨੂੰ ਐਕਸੈਪਟ ਕਰਦੇ ਆ। ਦੂਏ ਪਾਸੇ ਜਿਹੜਾ +2 ਵਾਲਾ 2019 ਵਾਲਾ ਬੱਚਾ, ਮਿੱਤਰੋ ਤੁਹਾਡੇ ਲਈ ਸਾਰੀਆਂ ਇਨਟੇਕਾਂ ਹੀ ਲਾਸਟ ਹੈ। ਜਿਹੜੇ 2019 ਵਾਲੇ ਬੈਠੇ ਹੈ, ਆਸਟ੍ਰੇਲੀਆ ਜੁਲਾਈ ਇਨਟੇਕ ਲਾਸਟ ਹੈ। ਹੁਣ ਵੀ ਜੀਟੀ ਨਿਕਲ ਜੇ, ਬੜੀ ਵੱਡੀ ਗੱਲ ਜੀ, ਬਹੁਤ ਵੱਡੀ ਗੱਲ ਹੈ ਜੇ ਹੁਣ ਵੀ ਜੀਟੀ ਨਿਕਲ ਜੇ। ਬਿਲਕੁਲ। ਸੋ 2019 ਵਾਲੇ ਜਿਹੜੇ ਵਿਦਿਆਰਥੀ ਨੇ, ਇਹਨਾਂ ਦਾ ਹੱਕ ਹੀ ਹੈ ਵੀ ਉੱਠ ਜਾਓ। ਬੜੇ ਖਤਰੇ ਦੇ ਵਿੱਚ ਹੈ, ਹੱਲੇ ਵੀ ਜੇ ਸੁੱਤੇ ਪਏ ਹੋ ਤਾਂ ਜਾਗ ਜਾਓ ਤੇ ਆਪਣੀ ਜਿਹੜੀ ਪ੍ਰੋਫਾਈਲ ਹੈ ਉਹ ਅਸੈਸ ਕਰਵਾ ਲਓ। ਸੁੱਤੇ ਪਏ ਹੋ ਜਾਂ ਜਾਗਦੇ ਹੋ, ਗੱਲ 'ਚ ਇੱਕ ਪੁਆਇੰਟ ਹੋਰ ਹੈ, ਇੱਕ ਜ਼ਿੱਦ 'ਚ ਬੈਠੇ ਕਿ ਜਾਊਂਗਾ ਤਾਂ ਕੈਨੇਡਾ ਹੀ। ਕਹਿੰਦਾ ਸੁਪਨਾ ਦੇਖਿਆ ਇੱਕ ਟੇਢਾ, ਉਹ ਵੀ ਸੀ ਮੁਲਕ ਕੈਨੇਡਾ, ਰਾਈਟ। ਸੋ ਹੱਸਦੇ ਹੁੰਨੇ ਆ, ਜ਼ਿੱਦ ਨਾ ਪਈਏ ਜੀ, ਜ਼ਿੱਦ ਨਾ ਪਈਏ। ਜ਼ਿੱਦ ਦੇ ਵਿੱਚ ਹਾਂ, ਜਾਂ ਤਾਂ ਕਹੀਏ ਵੀ ਉੱਥੇ ਹੀ ਆ ਇੰਡੀਆ, ਮੈਂ ਓਕੇ ਆ, ਠੀਕ ਹੈ। ਸਾਡੇ ਦੇਸ਼ ਵਿੱਚ ਸਾਨੂੰ ਟੈਲੈਂਟ ਦੀ ਲੋੜ ਹੈ, ਅਸੀਂ ਵੀ ਉਰੇ ਬੈਠੇ ਆ, ਹੋਰ ਅੱਗੇ ਯੂਥ ਸਾਨੂੰ ਵੀ ਚਾਹੀਦਾ। ਬਟ ਸਵਾਲ ਇਹ ਹੈ, ਜੇ ਜ਼ਿੱਦ ਚੋਂ ਵੀ ਬਾਹਰ ਜਾਣਾ ਵੀ ਕੈਨੇਡਾ, ਔਰ ਬੈਂਡ ਵੀ ਨਹੀਂ ਆ ਰਹੇ, 2019 ਪਾਸ ਹੋ, ਜਿੱਦ ਪਏ ਰਹੋ, ਕੁਛ ਨਹੀਂ ਹੋਣਾ, ਜਿੱਦਾਂ ਮਰਜ਼ੀ ਪਏ ਰਹੋ, ਕੁਛ ਨਹੀਂ ਹੋਣਾ। ਉਹਨਾਂ ਕੋਲੇ 20 ਵਾਲੇ ਵੀ ਆ ਗਏ, 21 ਵਾਲੇ ਵੀ ਆ ਗਏ, ਦੁਨੀਆ ਭਰ ਚੋਂ ਆ ਗਏ। ਉਹਨਾਂ ਦੇ ਕੋਲ ਦਇਆ, ਸੋਚ, ਹਿਊਮੈਨਿਟੀ ਤੋਂ ਜ਼ਿਆਦਾ ਮੈਰਿਟ ਚੀਜ਼ ਉੱਚੀ, ਉਹਨਾਂ ਨੇ ਆਪ ਦੀ ਮੈਰਿਟ ਦੇ ਕੇ ਫੈਸਲੇ ਦੇਣੇ। ਬਿਲਕੁਲ। ਸੋ ਸਾਰਿਆਂ ਨੇ ਕਰੀਮ ਇਕੱਠੀ ਕਰਨੀ ਹੁੰਦੀ ਹੈ ਨਾ, ਉਹਨਾਂ ਨੇ ਕਰੀਮ ਇਕੱਠੀ ਕਰਨੀ ਹੈ ਤਾਂ ਇੰਟੈਲੀਜੈਂਟ ਸਟੂਡੈਂਟ ਹੀ ਅਗਲੇ ਲੈ ਕੇ ਜਾਣਗੇ। ਬਿਲਕੁਲ। ਸੋ ਨੈਕਸਟ ਕਾਲਰ ਨਾਲ ਜੁੜੇ ਨੇ। ਹੈਲੋ ਟੀਵੀ ਦੀ ਆਵਾਜ਼ ਘਟਾ ਦਿਓ ਜੀ। ਸਤਿ ਸ਼੍ਰੀ ਅਕਾਲ, ਕੀ ਨਾਮ ਹੈ, ਕਿੱਥੋਂ ਬੋਲ ਰਹੇ ਹੋ ਤੇ ਸਵਾਲ ਕੀ ਹੈ ਜੀ? ਠੀਕ ਹੈ ਜੀ। ਹੈਲੋ ਟੀਵੀ ਦੀ ਆਵਾਜ਼ ਘਟਾਓ ਜੀ ਪਹਿਲਾਂ ਤੇ। ਸਰ ਇਨਾ ਟਾਈਮ ਨਹੀਂ ਹੁੰਦਾ, ਕਾਲ ਡਿਸਕਨੈਕਟ ਹੋ ਜਾਏਗਾ ਜੀ। ਸਵਾਲ ਦੱਸੋ ਕੀ ਹੈ? ਹੈਲੋ ਜੀ ਸੁਣ ਰਹੇ ਹਾਂ ਅਸੀਂ ਤੁਹਾਨੂੰ, ਤੁਸੀਂ ਆਪਣਾ ਸਵਾਲ ਦੱਸੋ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੈਂ ਪਟਿਆਲੇ ਤੋਂ ਬੋਲ ਰਿਹਾ। ਸਤਿ ਸ਼੍ਰੀ ਅਕਾਲ ਭਾਜੀ। ਜੀ ਬੇਟਾ +2 ਪਾਸ ਆਊਟ ਹੈ ਜੀ। ਠੀਕ ਹੈ ਭਾਜੀ, ਕਿਹੜੇ ਸਾਲ 'ਚ ਕੀਤੀ +2 ਬੇਟੇ ਨੇ? 2020 ਜੀ। ਠੀਕ ਹੈ ਭਾਜੀ, ਕਿਹੜੇ ਸਬਜੈਕਟ ਹੈ? ਨॉन ਮੈਡੀਕਲ 90% ਨੰਬਰ ਆਏ ਸੀ। ਐਕਸਲੈਂਟ ਭਾਜੀ, ਕੋਈ ਗੱਲ ਨਹੀਂ। ਆਇਲ ਸਕੋਰ ਕੀ ਹੈ? ਆਇਲਸ ਉਹਨੇ ਰੀਸੈਂਟਲੀ ਕੀਤੀ ਹੈ 15 ਦਿਨ ਪਹਿਲੇ। ਓਵਰਆਲ ਇੱਕ ਮੋਡਿਊਲ 5.5 ਹੈ ਜੀ। ਭਾਜੀ ਦੇਖੋ, ਦੋ ਸਿਚੁਏਸ਼ਨਸ ਹੈ, ਆਪਾਂ ਇਹਦੇ ਨਾਲ ਅਪਲਾਈ ਕਰਦੇ ਨੇ, ਨਾਲ ਆਇਲਸ ਇੰਪਰੂਵ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਰਾਈਟ। ਕਿਉਂਕਿ ਬਿਲਕੁਲ ਫਰੈਸ਼ ਹੈ ਬੱਚਾ, ਕੋਈ ਗੈਪ ਨਹੀਂ ਹੈ, ਕੁਝ ਨਹੀਂ ਹੈ। ਟੈਕਨੀਕਲੀ 5.5 ਤੇ ਵੀਜ਼ਾਸ ਆਉਂਦੇ ਨੇ, ਨॉन SDS ਫਾਈਲ ਹੁੰਦੀ, ਇਹ ਨਹੀਂ ਕਿ ਵੀਜ਼ਾਸ ਨਹੀਂ ਆਉਣਗੇ, ਰਾਈਟ। ਬਟ ਜਿਵੇਂ ਬੱਚੇ ਦੇ ਅਕੈਡਮਿਕ ਬਹੁਤ ਸੋਹਣੇ, 90% ਪਲੱਸ ਵਾਲਾ ਬੱਚਾ ਹੈ, ਮੈਂ ਚਾਹੂੰਗਾ ਕਿ ਜੇ 6 ਈਚ ਕਰ ਜਾਂਦਾ ਤਾਂ ਇਹਨੂੰ ਕਿਤੇ ਨਾ ਕਿਤੇ ਸਕਾਲਰਸ਼ਿਪ ਵੀ ਦਵਾਦਾ, ਜਾਂ ਇਹਨੂੰ ਉਹੋ ਜਿਹਾ ਪ੍ਰੋਗਰਾਮ ਦਵਾਈਏ ਜਿਹਦੇ ਤੇ ਇਹਦੀ ਕੱਲ ਨੂੰ ਸਕਿੱਲ ਬੇਸਡ ਰੈਜ਼ੀਡੈਂਸੀ ਸੌਖੀ ਹੋ ਜੇ। ਪੜ੍ਹਨਾ ਕੀ ਚਾਹੁੰਦਾ ਭਾਜੀ ਬੇਟਾ?
मेरा ख्याल कॉल डिसकंटिन्यू होगी। सो वेब डिजाइनिंग राइट, हाँ वेब डिजाइनिंग मिल जूगी भाजी, वेब डिजाइनिंग, वेब डेवलपमेंट, वेब बेस्ड प्रोग्राम्स मिल जाएंगे। बट सवाल है भी जे ਆਪਾਂ ਇੱਕ ਵਾਰੀ ਇੰਪਰੂਵ ਕਰਾ ਲਈ ਤਾਂ ਬਿਹਤਰ ਰਾਂਗੇ, ਨਹੀਂ ਤਾਂ ਇਹਨਾਂ ਬੈਂਡਸ ਤੇ ਵੀ ਨਾ ਨਹੀਂ ਹੈ। ਜੀ ਹੋਰ ਕੋਈ ਸਵਾਲ ਭਾਜੀ? ਸੋ ਨੈਕਸਟ ਕਾਲਰ, ਹੈਲੋ ਜੀ, ਨੈਕਸਟ ਕਾਲਰ, ਸਤਿ ਸ਼੍ਰੀ ਅਕਾਲ ਜੀ। ਟੀਵੀ ਦੀ ਆਵਾਜ਼ ਪਲੀਜ਼ ਘਟਾ ਦਿਓ ਜੀ। ਸਤਿ ਸ਼੍ਰੀ ਅਕਾਲ, ਸਵਾਲ ਕੀ ਆ? ਹੈਲੋ, इना टाइम नहीं हुंदा प्लीज थोड़ा नेटवर्क दे विच आके कॉल कर लिया करो। यूएसए दी गलबात भी कर ली नाल दी नाल। यूएसए एक दो एपिसोड बाद लॉन्च करांगा जी पूरा राइट पेज। हाँ यूएसए आज जा रहा है जी, खुल जाऊगा कल। लाइडन साहब ने स्टेटमेंट भी दी थी, बाले ना पुत्रो लोकल लगे जो बाइडन ने कि भी पता नहीं की हो जाता, सारा खोलता खुलूगा यूएस वीजास दूगा, आज भी दे रहा है। बट यूएस बहुत सोच के जाना पैना है। ओपीटी की हुंदा है, पीआर मिलनी कि नहीं मिलनी, ग्रीन कार्ड की हुंदा है, H1 ते कन्वर्ट होने आ, किहड़ियां दी शर्तां रहणगियां, की बनन जावांगे। ਜਿਹੜੇ ਕੰਸਲਟੈਂਟ ਇਹ ਕਹਿ ਕੇ ਭੇਜਦੇ ਜਾ ਕੇ ਕਾਲਜ ਬਦਲ ਲਈ, ਜੋ ਕਰਨਾ ਹੋਇਆ ਕਰ ਲਈ। ਯੂਐਸ ਜਿਸ ਦਿਨ ਟਵਿਨ ਟਾਵਰ ਅਟੈਕ ਹੋਇਆ ਸੀ ਨਾ, ਉਸ ਤੋਂ ਬਾਅਦ ਯੂਐਸ ਬਦਲ ਗਿਆ ਸੀ ਸਿਕਿਉਰਿਟੀ ਰੀਜ਼ਨ ਨਾਲ। ਕਰੋਨਾ ਨੇ ਹੋਰ ਚੀਜ਼ਾਂ ਬਦਲ ਦੇਣੀਆਂ ਦੁਨੀਆ 'ਚ। ਕੁਝ ਇਨਸਟੈਂਸਸ ਆਉਂਦੇ ਜਿੱਥੇ ਕਿ ਇਹੋ ਜਿਹੇ ਇਤਿਹਾਸ ਚੇਂਜ ਹੁੰਦੇ ਨੇ, ਰਚੇ ਜਾਂਦੇ ਨੇ। ਸੋ ਯੂਐਸ ਜਿਹੜੇ ਪਹਿਲਾਂ ਸਭ ਜਗ੍ਹਾ ਇਲੀਗਲ ਹੁੰਦੇ ਦਿਖਾਉਂਦੇ ਸੀ, ਜੁਗਾੜ ਦੇ ਦਿਖਾਉਂਦੇ ਸੀ, ਚੱਲਣੇ ਨਹੀਂ ਰਾਈਟ। ਸੋ ਜਦ ਦਾ ਵਰਲਡ ਡਿਜੀਟਲਾਈਜ਼ ਹੋ ਗਿਆ, ਡਾਟਾ ਹੋ ਗਿਆ, ਸੋ ਕਿਸੇ ਨੇ ਵੀ ਇਲੀਗਲ ਬੰਦੇ ਨੂੰ ਜ਼ਿਆਦਾ ਸਮੇਂ ਆਪਣੇ ਮੁਲਕ 'ਚ ਨਹੀਂ ਰਹਿਣ ਦੇਣਾ। ਸੋ ਯੂਐਸ ਜਾਓਗੇ, ਯੂਐਸ ਵੀਜ਼ਾਸ ਆਣਗੇ। ਅੱਜ ਵੀ ਯੂਐਸ ਸਮਝ ਕੇ ਜਾਈਏ ਕਿ ਕਿਹੜੀ ਯੂਨੀਵਰਸਿਟੀ ਜਾ ਰਿਹਾ, ਕੀ ਪੜਾਂਗਾ, ਕੀ ਫੀਸ ਰਹੂਗੀ, ਕੀ ਆਊਟਕਮ ਹੋਊਗੀ, ਉੱਥੋਂ ਮੈਂ ਕਿੱਥੇ ਮੂਵ ਕਰ ਸਕਦਾ, ਕੀ ਮੈਂ ਮੁੜ ਕੇ ਕੈਨੇਡਾ ਜਾਣਾ ਚਾਹੁੰਦਾ, ਜੇ ਮੈਨੂੰ ਉੱਥੋਂ ਨਹੀਂ ਮਿਲਦੀ ਮੈਂ ਮੁੜ ਕੇ ਕੈਨੇਡਾ ਦੀ ਕਿਹੜੀ ਯੂਨੀਵਰਸਿਟੀ ਜਾ ਕੇ ਪੋਸਟ ਗ੍ਰੈਜੂਏਟ ਕਰ ਸਕਦਾ, ਜਾਂ ਮੈਂ ਯੂਕੇ ਜਾ ਸਕਦਾ, ਜਾਂ ਭਾਰਤ ਪੜ੍ਹ ਕੇ ਕੀ ਮੁੜਦਾ, ਜਾਂ ਮੈਨੂੰ H1 ਦੇ ਚਾਂਸ ਉੱਥੇ ਕੀ ਹੋਣਗੇ, ਜਾਂ ਜਿਹੜੀ ਵੀ ਉਦੋਂ ਵੀਜ਼ਾ ਕੈਟਾਗਰੀ ਰਹੂਗੀ। ਸੋ ਯੂਐਸ ਬੋਲਣ ਨੂੰ ਮੇਰੇ ਕੋਲ 28 ਯੂਨੀਵਰਸਿਟੀਆਂ ਮੈਂ ਅੱਜ ਬੋਲ ਜਾਂਦਾ। ਬਟ ਮੇਰੀ ਹਾਲੇ ਰਿਸਰਚ ਜਾਰੀ ਹੈ। ਹਾਂ ਜਿਹੜੀਆਂ ਪੰਜਾਬ 'ਚ 15-20 ਯੂਨੀਵਰਸਿਟੀਆਂ ਮੇਰੇ ਕੋਲ ਸਾਰੀਆਂ ਹੈਗੀਆਂ। I-20 ਕਿਵੇਂ ਹੋਣਾ, ਸੈਵਿਸ ਕਿਵੇਂ ਹੋਣਾ, ਫੰਡ ਕੀ ਦਿਖਾਉਣੇ ਨੇ, ਇੰਟਰਵਿਊ ਤਿਆਰੀ, ਉਹ ਮੈਨੂੰ ਆਉਂਦਾ। ਉਹ ਅੱਜ ਦਾ ਥੋੜਾ ਕਰਦਾ, 11 ਸਾਲ ਦਾ ਕਰਦਾ ਹੁਣ, ਰਾਈਟ। ਬਟ ਜਿਹੜੀ ਕਹਿੰਦੇ ਐਕਸਪਰਟਾਈਜ਼, ਉਹ 'ਚ ਮੈਨੂੰ ਹਾਲੇ 15-20 ਦਿਨ ਦਾ ਸਮੇਂ ਹੋਰ ਲੱਗ ਜੀ। ਸੋ ਨਵਨੀਤ ਜੀ ਦਰਸ਼ਕ ਨਾਲ ਸਾਡੇ ਜੁੜੇ ਹੋਏ ਨੇ, ਅਗਲੀ ਕਾਲ ਵੀ ਲੈ ਲੈਣੇ ਆ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਸਵਾਲ ਆ? ਕਾਲ ਡਿਸਕਨੈਕਟ ਨਾਰਾਜ਼ ਹੋ ਗਏ ਮੇਰਾ ਖਿਆਲ ਭਾਜੀ। ਜਦੋਂ ਵੀ ਕਾਲ ਕਰਦੇ ਹੁੰਦੇ ਹੋ ਪਲੀਜ਼ ਸਕਰੀਨ ਦੇ ਉੱਤੇ ਨੰਬਰ ਚੱਲਦਾ ਹੁੰਦਾ, ਕਾਲ ਕਰਿਆ ਕਰੋ, ਲੇਕਿਨ ਨੈਟਵਰਕ ਦੇ ਵਿੱਚ ਆ ਕੇ ਕਰਿਆ ਕਰੋ ਤੇ ਟੀਵੀ ਦੇ ਆਵਾਜ਼ ਘਟਾ ਕੇ ਕਾਲ ਕਰਿਆ ਕਰੋ। ਸੋ ਵੇਲਾ ਬਹੁਤ ਘੱਟ ਹੈ, ਲੇਕਿਨ ਸਵਾਲ ਬਹੁਤ ਸਾਰੇ ਨੇ। ਦੇਖੋ ਮੈਂ ਕਿੰਨੇ ਸਾਰੇ ਸਵਾਲ ਇੱਥੇ ਲਿਖ ਕੇ ਬੈਠੀ, ਮੇਰਾ ਬਚਾਅ ਹੋ ਗਿਆ ਜੀ, ਘੱਟ ਜਵਾਬ ਦੇਣੇ ਪੈਣੇ। ਹਾਂਜੀ ਬਿਲਕੁਲ। ਸੋ ਇੱਕ ਸਵਾਲ ਜਿਹੜਾ ਬਹੁਤ ਜ਼ਿਆਦਾ ਖਾਸ ਹੈ, ਪੁੱਛਣਾ ਵੀ ਚਾਹੀਦਾ ਵੀ, ਇਮੀਗ੍ਰੇਸ਼ਨ ਵਾਲੇ ਬਹੁਤ ਸਾਰੇ ਹੈਗੇ ਨੇ ਹਰ ਗਲੀ ਦੇ ਵਿੱਚ ਬੈਠੇ ਨੇ। ਸੋ ਵਿਦਿਆਰਥੀ ਐਸੀ ਕਿਹੜੀ ਖਾਸ ਗੱਲ ਦੇਖੇ, ਇੱਕ ਖਾਸ ਇਮੀਗ੍ਰੇਸ਼ਨ ਦੇਖੋ ਕੰਸਲਟੈਂਟ ਜਿਹੜਾ ਤੁਹਾਡੇ ਮਹੱਲੇ 'ਚ ਬੈਠਾ ਉਹ ਮਾੜਾ ਨਹੀਂ, ਜਿਹੜਾ ਸ਼ਹਿਰ 'ਚ ਬੈਠਾ ਉਹ ਬੈਸਟ ਨਹੀਂ, ਜਿਹਦੇ 15 ਦਫ਼ਤਰ ਉਹ ਵਧੀਆ ਨਹੀਂ, ਜਿਹਦਾ ਇੱਕ ਦਫ਼ਤਰ ਘਟੀਆ ਨਹੀਂ। ਸੋਚ ਤੁਹਾਨੂੰ ਇਹ ਕਰਨੀ ਪੈਣੀ ਵੀ ਥੋੜੀ ਉਹਨੂੰ ਸਲਾਹ ਦਿੱਤੀ ਕਿ ਉਹ ਰਿਐਲਿਟੀ ਜਾਪਦੀ ਹੈ, ਕੀ ਉਹ ਸਬਜ਼ ਵਕਤ ਦਿਖਾ ਰਿਹਾ, ਕੀ ਉਹਦੇ ਕੋਲ ਇੰਨਾ ਤਜਰਬਾ ਹੈ ਕਿ ਸਲਾਹ ਚੰਗੀ ਹੈ ਪਰ ਉਹ ਸਲਾਹ ਨੂੰ ਐਗਜ਼ੀਕਿਊਟ ਕਰ ਸਕਦਾ, ਰਾਈਟ। ਕੀ ਉਹਦੇ ਕੋਲ ਡਾਇਰੈਕਟ ਕੰਟਰੈਕਟ ਨਹੀਂ ਹੈ, ਉਹ ਠੇਕੇਦਾਰਾਂ ਦੇ ਥਰੂ ਚੱਲ ਰਿਹਾ, ਕੀ ਉਹਨੂੰ ਆਪ ਉਸ ਕੰਟਰੀ ਦੀ ਇਕਨੋਮੀ ਦਾ ਤਜਰਬਾ ਕਿੰਨਾ ਕੁ ਹੈ। ਹਾਂ ਜਿਹੜਾ ਅੱਜ ਨਵਾਂ ਆ ਰਿਹਾ ਉਹਨੂੰ ਮੈਂ ਮਾੜਾ ਨਹੀਂ ਕਹਿ ਸਕਦਾ। ਇੱਕ ਦਿਨ ਮੇਰਾ ਵੀ ਪਹਿਲਾ ਦਿਨ ਸੀ, ਇੱਕ ਦਿਨ ਸਾਡੇ ਸੂਬੇ ਦੇ ਰਾਜਾ ਸਾਹਿਬ ਵੀ ਜੰਮੇ ਸੀ, ਇੱਕ ਦਿਨ ਸਾਡੇ ਸੂਬੇ ਦੇ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਵੀ ਜੰਮੇ ਸੀ, ਇੱਕ ਦਿਨ ਉਹ ਵੀ ਬੱਚੇ ਸੀ, ਅੱਜ ਸਾਡੇ ਹੁਕਮਰਾਨ ਨੇ। ਸੋ ਮੈਂ ਕਿਸੇ ਦਾ ਕਟਾਕਸ਼ ਨਹੀਂ ਕਰੂੰਗਾ। ਨਵਾਂ ਆਇਆ ਬੰਦਾ ਵੀ ਹੀਰਾ ਹੋ ਸਕਦਾ ਔਰ ਪੁਰਾਣਾ ਤੁਹਾਨੂੰ ਠੱਗ ਵੀ ਸਕਦਾ। ਇਹਦੇ 'ਚ ਥੋੜਾ ਸੁਚੇਤ ਤੁਹਾਨੂੰ ਹੋਣਾ ਪੈਣਾ। ਸੋ ਇਹਦੇ ਮੇਰੇ ਕੋਲ ਅੱਜ ਤੱਕ ਕੋਈ 5 ਪੁਆਇੰਟ ਵੀ ਨਹੀਂ ਹੈਗੇ ਜਿਹਦੇ ਆਧਾਰ ਤੇ ਮੈਂ ਕਹਿੰਦਾ ਜੀ ਇਹ ਬੇਸ ਤੇ ਫੈਸਲਾ ਕਰ ਲਓ। ਇੱਥੇ ਤੁਹਾਡੀ ਜਜਮੈਂਟ ਦੇ ਉੱਪਰ ਮੈਂ ਗੱਲ ਛੱਡਾਂ। ਬਿਲਕੁਲ ਜੀ। ਸੋ ਖਾਸ ਜਾਣਕਾਰੀ ਤੇ ਬੜੀ ਵਧੀਆ ਗੱਲ ਜਿਹੜੀ ਤੁਸੀਂ ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ। ਤੁਹਾਨੂੰ ਆਪ ਨੂੰ ਹੀ ਸੁਚੇਤ ਹੋਣਾ ਪੈਣਾ, ਤੁਹਾਨੂੰ ਆਪ ਨੂੰ ਹੀ ਆਪਦੀ ਜ਼ਿੰਮੇਵਾਰੀ ਚੁੱਕਣੀ ਪੈਣੀ ਹੈ। ਸੋ ਖਾਸ ਗੱਲਬਾਤ ਇਸੇ ਤਰੀਕੇ ਦੇ ਨਾਲ ਹੀ ਕਰਦੇ ਰਵਾਂਗੇ ਤੇ ਧੰਨਵਾਦ ਕਰ ਦਿੰਦੇ ਹਾਂ ਸਰ ਦਾ ਵੀ, ਖਾਸ ਰੁਝੇ ਵਿੱਚ ਸਾਨੂੰ ਸਮਾਂ ਦਿੱਤਾ। ਸਤਿ ਸ਼੍ਰੀ ਅਕਾਲ ਜੀ। ਸੋ ਸਾਡੇ ਵਿਦਿਆਰਥੀ, ਸਾਡੇ ਦਰਸ਼ਕ ਯੂਐਸਏ ਜਾਣਾ ਚਾਹੁੰਦੇ ਨੇ, ਉਹਦੀ ਹਸੇ ਬਾਅਦ ਚ ਗੱਲਬਾਤ ਕਰਾਂਗੇ। ਲੇਕਿਨ ਜੇ ਯੂਕੇ ਜਾਣਾ ਚਾਹੁੰਦੇ ਹੋ, ਕੈਨੇਡਾ ਔਰ ਆਸਟ੍ਰੇਲੀਆ ਜਾਣਾ ਚਾਹੁੰਦੇ ਹੋ, ਮਨ ਚ ਕੋਈ ਵੀ ਸਵਾਲ ਹੈਗਾ, ਐਲੀਜੀਬਿਲਟੀ ਚੈੱਕ ਕਰਵਾਉਣੀ ਹੈ, ਜਿਹੜਾ ਸਵਾਲ ਹੈ ਉਹ ਤੁਸੀਂ ਕਾਲਸ ਕਰਦੇ ਰਿਹਾ ਕਰੋ। ਸਕਰੀਨ ਤੇ ਨੰਬਰ ਲਗਾਤਾਰ ਡਿਸਪਲੇ ਹੁੰਦਾ ਹੀ ਰਹਿੰਦਾ ਹੈ। ਪ੍ਰੋਗਰਾਮ ਤੋਂ ਬਾਅਦ ਵੀ ਕਾਲ ਕਰ ਲਿਆ ਕਰੋ। ਤੇ ਮਾਫੀ ਸਾਡੇ ਦਰਸ਼ਕ ਵਿਦਿਆਰਥੀ ਜਿਨ੍ਹਾਂ ਦੀ ਅਸੀਂ ਕਾਲ ਨਹੀਂ ਲੈ ਪਾਏ ਆ, ਕਿਉਂਕਿ ਟਾਈਮ ਥੋੜਾ ਜਿਹਾ ਘੱਟ ਹੁੰਦਾ, ਇਸ ਕਰਕੇ ਸਾਰੀਆਂ ਕਾਲਸ ਨਹੀਂ ਲਈ ਜਾਂਦੀਆਂ। ਸੋ ਪ੍ਰੋਗਰਾਮ ਤੋਂ ਬਾਅਦ ਕਾਲ ਕਰ ਲਿਓ, ਤੁਹਾਡੇ ਸਵਾਲ ਦਾ ਜਵਾਬ ਤੁਹਾਨੂੰ ਜ਼ਰੂਰ ਗੋ ਗਲੋਬਲ ਦੀ ਟੀਮ ਵੱਲੋਂ ਦਿੱਤਾ ਜਾਊਗਾ। ਸੋ ਵੇਲਾ ਜਾਣਦਾ ਹੋ ਗਿਆ, ਹੁਣ ਤੁਸੀਂ ਰੱਖੋ ਆਪਣਾ ਧਿਆਨ ਤੇ ਦੇਖਦੇ ਰਹੋ ਲਿਵਿੰਗ ਇੰਡੀਆ ਨਿਊਜ਼। ਸਤਿ ਸ਼੍ਰੀ ਅਕਾਲ।